की उस्तत करो संत मीत, सावधान एकाग्र चीत। सुखमणि सहज गोबिंद गुण नाम, जिस मन बसै सो होत निधान। सर्व इच्छा ताकी पूर्ण होए, प्रधान पुरख प्रगट सब लोए। सब ते ऊच पाए अस्थान, बहुर न होवै आवन जान। हर तन खाट चलै जन सोए, नानक जिसै प्राप्त होए। ਹਾਂਜੀ, ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਅਬਾਊਟ 50 ਲੈਸਨਸ ਦੇ ਵਿੱਚ ਕਵਰ ਕੀਤੀ ਹੈ। ਮੋਰ ਦੈਨ 50 ਆਵਰਸ। ਕੋਈ ਤੁਹਾਡੇ 'ਚੋਂ ਰੇਅਰ ਹੈ ਜਿਹੜਾ ਰੈਗੂਲਰ ਰਿਹਾ। ਅਤੇ ਮੈਨੂੰ ਇੱਕ ਕਬੀਰ ਜੀ ਦਾ ਸ਼ਬਦ ਯਾਦ ਆਉਂਦਾ ਇਸ ਵੇਲੇ। ਜਦੋਂ ਅਸੀਂ ਕਲਾਸ ਸ਼ੁਰੂ ਕੀਤੀ ਸੀ, ਸਾਡੇ ਕੋਲ 35 ਮੋਰ ਦੈਨ ਸਟੂਡੈਂਟ ਸੀਗੇ। ਕਈ ਆਉਂਦੇ ਰਹੇ, ਅਪ ਟੂ ਮਿਡ ਤੱਕ ਆਉਂਦੇ ਰਹੇ। ਉਸ ਤੋਂ ਬਾਅਦ ਫੋਨ ਵੀ ਕੀਤਾ, ਉਹਨਾਂ ਨੇ ਕਿਹਾ ਜੀ ਅਸੀਂ ਬਿਜ਼ੀ ਹਾਂ ਕੰਮ 'ਚ, ਜਾਂ ਅਬਰੋਡ ਗਏ ਹੋਏ ਨੇ, ਜਾਂ ਟਾਈਮ ਨਹੀਂ ਹੈ। ਐਨੀਵੇ, ਕੰਟੀਨਿਊਟੀ ਬਣਾ ਕੇ ਰੱਖਣੀ ਇਹ ਬਹੁਤ ਟਫ ਕੰਮ ਹੁੰਦਾ ਹੈ। ਇੱਕ ਦਿਨ 2 ਦਿਨ ਅਸੀਂ ਕਰ ਸਕਦੇ ਹਾਂ, ਪਰ ਕੰਟੀਨਿਊਟੀ ਜਿਹੜੀ ਹੈ, ਰੈਗੂਲਰਿਟੀ ਜਿਹੜੀ ਹੈ, ਉਹ ਕਾਫੀ ਔਖਾ ਹੁੰਦਾ ਹੈ। ਪਰ ਜੇ ਬਣ ਜਾਏ ਫਿਰ ਬੰਦਾ ਉਹ ਇੱਕ ਨਸ਼ਾ ਬਣ ਜਾਂਦਾ, ਡਰੱਗ ਹੋ ਜਾਂਦਾ। ਆਹ ਭੈਣ ਜੀ ਮੈਨੂੰ ਲੱਗਦਾ ਬਹੁਤ ਚਿਰ ਤੋਂ ਆ ਰਹੇ ਨੇ, ਗੁਰਮੀਤ ਭੈਣ ਜੀ, ਤੁਸੀਂ ਵੀ ਸ਼ਾਇਦ ਕਾਫੀ ਚਿਰ ਤੋਂ ਆ ਰਹੇ ਹੋ। ਕਬੀਰ ਸਾਹਿਬ ਕਹਿੰਦੇ, ਮੈਂ ਜਦੋਂ ਤੁਰਿਆ ਸੀ ਰੱਬ ਦੇ ਰਾਹ, ਸ਼ਬਦ ਹੈ ਕਬੀਰ ਜੀ ਦਾ ਸ਼ਲੋਕ। ਮੈਂ ਰੱਬ ਦੇ ਰਾਹ ਜਦੋਂ ਚੱਲਿਆ ਸੀ, ਮੇਰੇ ਮਗਰ ਮੇਰੇ ਪਿੱਛੇ ਬਹੁਤ ਵੱਡੀ ਕਰਾਊਡ ਸੀ। ਅਸੀਂ ਚੱਲੇ ਸੀ ਬਹੁਤ ਦੁਨੀਆ ਇਕੱਠੀ ਹੋ ਕੇ। ਪਰ ਜਦੋਂ ਮੈਂ ਨੇੜੇ ਜਾਂਦਾ ਰਿਹਾ ਰੱਬ ਦੇ, ਜਦੋਂ ਮੈਂ ਇਸ ਰਾਹ 'ਤੇ ਤੁਰਦਾ ਰਿਹਾ, ਮੇਰੀ ਜਿਹੜੀ ਕਰਾਊਡ ਪਿੱਛੇ ਉਹ ਹਟਦੀ ਗਈ, ਘਟਦੀ ਗਈ, ਲੈਸ ਹੁੰਦੀ ਗਈ ਪਾਪੂਲੇਸ਼ਨ। ਕਿਉਂ ਲੈਸ ਹੁੰਦੀ ਗਈ? ਕਬੀਰ ਜੀ ਨੂੰ ਪੁੱਛਿਆ ਰੀਜ਼ਨ ਕੀ ਸੀ। ਕਹਿੰਦੇ ਸ਼ਬਦ ਹੈ ਕਿ ਮੈਂ ਜਦੋਂ ਚੱਲਿਆ ਸੀ ਰਸਤੇ 'ਤੇ, ਪਾਛੇ ਪਰੀ ਬਹੀਰ, ਵੀ ਜਦੋਂ ਮੈਂ ਸੱਚ ਦੇ ਰਾਹ ਚੱਲਿਆ ਮੇਰੇ ਪਿੱਛੇ ਭੀੜ ਲੱਗ ਪਈ। ਪਰ ਇੱਕ ਔਗੜ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਇੱਕ ਔਗੜ ਘਾਟੀ, ਇੱਕ ਡਿਫੀਕਲਟ ਵੈਲੀ ਸੀ, ਜਿੱਥੇ ਟੱਚ ਕਰਨਾ ਸੀ, ਜਿੱਥੇ ਰੀਚ ਕਰਨਾ ਸੀ, ਜਿਹੜਾ ਡੈਸਟੀਨੇਸ਼ਨ ਸੀ, ਉੱਥੇ ਤੱਕ ਕਬੀਰ ਹੀ ਪਹੁੰਚ ਸਕਿਆ। ਬਾਕੀ ਤੇ ਸਾਰੇ ਛੱਡ ਕੇ ਚਲੇ ਗਏ, ਸਾਥ ਛੱਡ ਕੇ ਚਲੇ ਗਏ। ਕਈ ਵਾਰੀ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ, ਟੀਚਿੰਗ ਹੈ, ਇਹ ਸਾਡੇ ਮਾਈਂਡ ਨੂੰ ਹਿੱਟ ਕਰਦੀ ਹੈ, ਸਾਡੇ ਮਾਈਂਡ ਨੂੰ ਐਡਰੈਸ ਕਰਦੀ ਹੈ। ਅਤੇ ਜਦੋਂ ਇਹ ਮਾਈਂਡ ਨੂੰ ਐਡਰੈਸ ਕਰਦੀ ਹੈ, ਮਾਈਂਡ ਵਿੱਚ ਕੀ ਹੈ? ਐਕਚੁਅਲੀ ਮਾਈਂਡ ਦਾ ਕੋਈ ਐਗਜ਼ਿਸਟੈਂਸ ਇਸ ਤਰ੍ਹਾਂ ਨਹੀਂ, ਕੋਈ ਹਾਰਡ ਪਾਰਟ ਹੈਗਾ, ਕੋਈ ਔਰਗਨ ਹੈ। ਪੁਰਾਣੇ ਸਮੇਂ ਵਿੱਚ ਕਹਿੰਦੇ ਸੀ ਸੰਕਲਪੋ ਵਿਕਲਪੋ ਹੀ ਮਨੋ। ਜਿਹੜੇ ਅਸੀਂ ਖਿਆਲ ਕਰਦੇ ਹਾਂ, ਥਾਟਸ ਆਉਂਦੇ ਨੇ, ਬੈਡ ਐਂਡ ਗੁੱਡ ਥਾਟ, ਥਿੰਕਿੰਗਸ ਜਿਹੜੀਆਂ ਨੇ ਅਪ ਡਾਊਨ ਚੱਲਦੀਆਂ ਨੇ, ਦੈਟ ਇਜ਼ ਕਾਲਡ ਮਾਈਂਡ। ਤੋ ਮਾਈਂਡ ਸਾਡਾ ਜਿਹੜਾ ਫੁੱਲ ਆਫ ਵਾਇਸਿਸ ਹੈ, ਗੰਦਾ ਹੋਇਆ, ਮਲੀਨ ਹੋਇਆ, ਡਰਟੀ ਹੋਇਆ, ਫਿਲਥੀ ਹੋਇਆ। ਬਾਣੀ ਜਦੋਂ ਮਾਈਂਡ ਨੂੰ ਟੱਚ ਕਰਦੀ ਹੈ ਤਾਂ ਕੀ ਕਰਦੀ ਹੈ ਬਾਣੀ? ਉਸ ਨੂੰ ਕਲੀਨ ਅਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਾਣੀ ਕੀ ਕਰਦੀ ਹੈ? ਕਲੀਨ ਅਪ ਕਰਦੀ ਹੈ। ਜਿਸ ਤਰ੍ਹਾਂ ਸਾਡੇ ਪਿੰਪਲ ਹੋ ਜਾਂਦੀ, ਫੋੜਾ ਹੋ ਜਾਂਦਾ ਵੱਡਾ ਸਾਰਾ, ਇੰਨਾ ਵੱਡਾ ਹੋ ਗਿਆ, ਉਹਦੇ ਵਿੱਚ ਪੀਕ ਭਰ ਗਈ, ਪਸ ਭਰ ਗਈ, ਯਾਨੀ ਗੰਦਾ ਖੂਨ ਉਹਦੇ ਵਿੱਚ ਪੈ ਗਿਆ। ਸਮਟਾਈਮ ਡਾਕਟਰ ਨੂੰ ਓਪਰੇਟ ਕਰਨਾ ਪੈਂਦਾ, ਕੱਟਣਾ ਪੈਂਦਾ, ਚੀਰਨਾ ਪੈਂਦਾ। ਪਰ ਜਦੋਂ ਡਾਕਟਰ ਚੀਰਦਾ, ਅਸੀਂ ਕਹਿੰਦੇ ਹਾਏ ਮੈਂ ਨਹੀਂ ਓਪਰੇਟ ਕਰਾਉਣਾ। ਪਰ ਜਦੋਂ ਤੱਕ ਓਪਰੇਟ ਨਹੀਂ ਕਰਾਉਂਦੇ, ਉਦੋਂ ਤੱਕ ਚੈਨ ਵੀ ਨਹੀਂ ਮਿਲਣੀ, ਸ਼ਾਂਤੀ ਵੀ ਨਹੀਂ ਮਿਲਣੀ, ਸੁੱਖ ਵੀ ਨਹੀਂ ਮਿਲਣਾ, ਕਿਉਂਕਿ ਗੰਦਗੀ ਹੈ।
ਜਦੋਂ ਵੀ ਕੋਈ ਆਪਰੇਸ਼ਨ ਹੁੰਦਾ ਹੈ, ਕੋਈ ਅੰਦਰ ਕੋਈ ਪ੍ਰੋਬਲਮ ਹੈ, ਡਾਕਟਰ ਨੂੰ ਕੱਢ ਕੇ ਪਾਰਟ ਨੂੰ ਬਾਹਰ ਸੁੱਟ ਦਿੰਦੇ ਆ, ਗੰਦੇ ਪਾਰਟ ਨੂੰ, ਜਿਹੜਾ ਸਾਰੀ ਬਾਡੀ ਨੂੰ ਅਫੈਕਟ ਕਰ ਰਿਹਾ ਹੈ। ਮੈਨੂੰ ਲੱਗਦਾ ਗੁਰਬਾਣੀ ਜਦੋਂ ਵੈਨ ਵੀ ਆਰ ਰੀਡਿੰਗ ਬਾਣੀ, ਗੁਰੂ ਜੀ ਓਪਰੇਟਿੰਗ, ਸਾਨੂੰ ਓਪਰੇਟ ਕਰ ਰਹੇ ਨੇ, ਓਪਰੇਸ਼ਨ ਕਰ ਰਹੇ ਨੇ ਸਾਡੇ ਮਾਈਂਡ ਦਾ। ਅਤੇ ਸਾਡੇ ਮਾਈਂਡ ਵਿੱਚ ਜੋ ਗੰਦ ਭਰਿਆ ਹੋਇਆ, ਡਰਟਨੈਸ ਭਰੀ ਹੋਈ ਹੈ, ਫਿਲਥ ਭਰੀ ਹੋਈ ਹੈ, ਸਲੋਲੀ ਗੁਰੂ ਸਾਹਿਬ ਉਹਨੂੰ ਥਰੋ ਆਊਟ ਕਰਦੇ ਆ। ਬਟ ਵੀ ਲਾਈਕ ਗੰਦਗੀ, ਇਸ ਕਰਕੇ ਅਸੀਂ ਕਹਿੰਦੇ ਨਹੀਂ ਅਸੀਂ ਨਹੀਂ ਛੱਡ ਸਕਦੇ। ਭੈਣ ਜੀ ਰੋਟੀ ਨਹੀਂ ਹਜਮ ਹੁੰਦੀ ਜਦ ਤੱਕ ਨਿੰਦਿਆ ਨਾ ਕਰੀਏ, ਚੁਗਲੀ ਨਾ ਕਰੀਏ ਕਿਸੇ ਦੀ, ਗੱਪ ਛੱਪ ਨਾ ਮਾਰੀਏ ਪੁੱਠੀ ਤਰ੍ਹਾਂ ਦੀ। ਸੋ ਇਹ ਸਾਡੇ ਮਾਈਂਡ ਦੀ ਹਾਲਤ ਹੈ। ਬਾਣੀ ਸਾਨੂੰ ਫਿਰ ਐਵਰੀਵੇਅਰ ਸਾਡੇ ਲਈ ਪ੍ਰੋਟੈਕਸ਼ਨ ਹੈ। ਬਾਣੀ ਸਾਨੂੰ ਰੋਕਦੀ ਹੈ, ਸਾਡੇ ਸਰਾਊਂਡਿੰਗ ਇੱਕ ਬਾਊਂਡਰੀ ਕ੍ਰੀਏਟ ਕਰਦੀ ਹੈ ਬਾਣੀ ਸਾਡੇ ਸਰਾਊਂਡਿੰਗ। ਬਾਣੀ ਇੱਕ ਡਿਸਿਪਲਿਨਰੀ ਲਾਈਨ ਜਿਹੜੀ ਆ ਉਹ ਪੈਦਾ ਕਰਦੀ ਹੈ, LOC ਪੈਦਾ ਕਰਦੀ ਹੈ, ਲਾਈਨ ਆਫ ਕੰਟਰੋਲ ਪੈਦਾ ਕਰਦੀ ਹੈ ਕਿ ਦਿਸ ਇਜ਼ ਯੂਰ ਬਾਰਡਰ, ਡੋਂਟ ਟਰਾਈ ਟੂ ਕ੍ਰੋਸ ਇਟ। ਬਾਰਡਰ ਨੇ, ਪਰ ਪ੍ਰੋਬਲਮ ਹੈ ਵੀ ਅਸੀਂ ਕਹਿੰਦੇ ਹਾਂ ਅਸੀਂ ਤਾਂ ਆਜ਼ਾਦ ਹੋਣਾ ਚਾਹੁੰਦੇ ਹਾਂ। ਬਾਣੀ ਕਿਉਂ ਸਾਨੂੰ ਬੰਧਨ 'ਚ ਪਾਵੇ? ਠੀਕ ਹੈ ਨਾ। ਗੁਰੂ ਸਾਹਿਬ ਇੱਕ ਡਿਸਿਪਲਿਨ ਦਿੰਦੇ ਆ, ਉਸ ਨੂੰ ਫੋਲੋ ਕਰਨਾ ਖਾਸਾ ਔਖਾ ਹੁੰਦਾ। ਇਸ ਕਰਕੇ ਬੰਦਾ ਬਾਣੀ ਤੋਂ ਪੜ੍ਹ ਸਕਦਾ ਹੈ, ਸੁਣ ਸਕਦਾ ਹੈ, ਪਰ ਉਹਨੂੰ ਸਮਝਣ ਦਾ ਜਦੋਂ ਪੈਂਦਾ ਨਾ, ਸਮਝਦਾ ਹੈ, ਜੋ ਟਰਾਈ ਕਰਦਾ ਅੰਡਰਸਟੈਂਡ, ਫਿਰ ਉਹਨੂੰ ਹਿੱਟ ਕਰਦੀ ਬਾਣੀ। ਪੜ੍ਹੀ ਜਾਂਦੇ ਹਾਂ, ਪਰ ਕਿਸੇ ਨੂੰ ਪੁੱਛੋ ਵੀ ਕੀ ਪੜ੍ਹ ਰਹੇ, ਪੜ੍ਹ ਕੀ ਰਿਹਾ ਹੈ। ਹੁਣ ਆਹ ਸ਼ਬਦ ਬੜਾ ਕਮਾਲ ਹੈ। ਬਹੁਤਾਤ ਵਿੱਚ ਮੈਕਸੀਮਮ, ਆ ਜਾਓ ਜੀ, ਵੈਲਕਮ। ਅਸੀਂ ਜਿਹੜੇ ਲੋਕ ਹਾਂ ਪਾਠ ਕਰਦੇ ਹਾਂ ਜਾਂ ਅਸੀਂ ਸਿਮਰਨ ਕਰਦੇ ਹਾਂ, ਗੁਰਦੁਆਰੇ ਬੈਠਦੇ ਹਾਂ, ਕੁਛ ਲੋਕ ਨੇ ਜਿਹੜੇ ਬਹੁਤ ਅਟੈਂਟਿਵ ਹੋ ਕੇ ਬੈਠਦੇ ਆ, ਬੜੇ ਆਨੰਦ ਵਿੱਚ ਬੈਠਦੇ ਆ, ਜਿਨ੍ਹਾਂ ਨੂੰ ਬੈਠਣਾ ਆਉਂਦਾ ਗੁਰਦੁਆਰੇ ਕਿਵੇਂ ਬੈਠੀਦਾ। ਪਰ ਸਾਨੂੰ ਬੈਠਣਾ ਵੀ ਨਹੀਂ ਆਇਆ। ਮੇਰੇ ਵਰਗੇ ਲੋਕਾਂ ਨੂੰ ਗੁਰਦੁਆਰੇ ਜਾਂਦੇ ਆ, ਇੱਧਰ ਉੱਧਰ ਹੀ ਵੇਖੀ ਜਾਣਾ ਵੀ ਉਹ ਕਿਹੜਾ ਆਇਆ ਕਿਹੜਾ ਨਹੀਂ ਆਇਆ, ਕਿਹਨੇ ਕੀ ਕੱਪੜੇ ਪਾਏ ਆ। ਅਟੈਂਸ਼ਨ ਮੇਰੀ ਹੈ ਨਹੀਂ ਬਾਣੀ ਵਿੱਚ, ਮੇਰੀ ਇਕਾਗਰਤਾ ਨਹੀਂ ਹੈ, ਮੇਰੀ ਇੰਟਿਊਸ਼ਨ ਨਹੀਂ ਹੈ। ਕਿਉਂਕਿ ਇਹ ਪਹਿਲੀ ਲਾਈਨ ਵਿੱਚ ਇਹ ਗੱਲ ਆਈ ਹੈ। ਮੈਂ ਇਸ ਕਰਕੇ ਬਿਫੋਰ ਆਈ ਸਟਾਰਟ ਦਿਸ ਲੈਸਨ ਸ਼ੁਡ ਆਈ ਵਾਂਟ ਟੂ ਐਕਸਪਲੇਨ ਇਟ ਕਿ ਇਕਾਗਰਤਾ ਜਿਹੜੀ ਹੈ, ਮਾਈਂਡ ਦੀ ਇਕਾਗਰਤਾ, ਇਕਾਗਰਤਾ ਮਤਲਬ ਅਟੈਂਟਿਵਨੈਸ ਆਫ ਦਾ ਮਾਈਂਡ। ਫੋਕਸਿੰਗ ਜਿਹੜੀ ਹੈ ਮਾਈਂਡ ਦੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਬਾਣੀ ਪੜ੍ਹਦੇ ਹਾਂ, ਜਦੋਂ ਸਿਮਰਨ ਕਰਦੇ ਹਾਂ। ਪਰ ਅਨਫੋਰਚੂਨੇਟਲੀ ਸਾਡੀ ਜਿਹੜੀ ਅਟੈਂਟਿਵਨੈਸ ਹੈ ਉਹ ਸਿਨੇਮਾ ਹਾਲ ਵਿੱਚ ਤਾਂ ਹੁੰਦੀ ਹੈ, ਮੂਵੀ ਵੇਖਣ ਵੇਲੇ 'ਤੇ ਹੁੰਦੀ ਆ, ਗੱਪਾਂ ਛੱਪਾਂ ਮਾਰਨ ਵੇਲੇ 'ਤੇ ਹੁੰਦੀ ਆ, ਬਾਣੀ ਪੜ੍ਹਨ ਵੇਲੇ ਨਹੀਂ ਹੁੰਦੀ। ਪਤਾ ਕੀ ਹੁੰਦਾ, ਮੈਂ ਵੀ ਪਾਠ ਕਰਦਾ, ਤੁਸੀਂ ਵੀ ਕਰਦੇ ਹੋ, ਤੁਸੀਂ ਜਪਜੀ ਸਾਹਿਬ ਕੀਤਾ ਹੋਣਾ ਜਾਂ ਕਰਦੇ ਹੋਣੇ। ਜਪਜੀ ਸਾਹਿਬ ਜਦੋਂ ਸ਼ੁਰੂ ਕਰਦੇ ਹੋ, ਪਹਿਲਾਂ ਤਾਂ ਮਨ ਕਹਿੰਦਾ ਚੱਲ ਰਹਿਣ ਹੀ ਦੇ, ਨਹੀਂ ਕਰਦੇ ਅੱਜ, ਪਰ ਕਰ ਲਿਆ, ਧੱਕੇ ਨਾਲ ਤੁਸੀਂ ਕਰ ਲਿਆ, ਸ਼ੁਰੂ ਕਰ ਲਿਆ ਪਾਠ ਹੋ ਗਿਆ ਸ਼ੁਰੂ, ਅਤੇ ਮਨ ਕਹਿੰਦਾ ਹੁਣ ਤੂੰ ਚੱਲ ਪਾਠ ਕਰੀ ਜਾ, ਜਦੋਂ ਤੂੰ ਐਂਡ ਕਰੇਗਾ ਮੈਂ ਆ ਜਾਊਂਗਾ। ਮਾਈਂਡ ਚਲਾ ਗਿਆ ਆਪਣੇ ਕੰਮਾਂ ਕਾਰਾਂ ਵਿੱਚ ਇੱਧਰ ਉੱਧਰ, ਅਤੇ ਤੁਸੀਂ ਕਰੀ ਜਾਂਦੇ ਹੋ ਪਾਠ। ਤੁਹਾਨੂੰ ਪਤਾ ਵੀ ਨਹੀਂ ਲੱਗਿਆ ਕਿ ਸਲੋਕ ਪਵਨ ਗੁਰੂ ਪਾਣੀ ਪਿਤਾ ਆ ਗਿਆ, ਪਾਠ ਮੁੱਕ ਗਿਆ। ਸਮਟਾਈਮ ਤੁਹਾਨੂੰ ਇੱਦਾਂ ਲੱਗਦਾ ਵੀ ਮੈਂ ਪਾਠ ਨਹੀਂ ਕੀਤਾ, ਕਿਉਂਕਿ ਜਿਹੜੀ ਇੰਟਿਊਸ਼ਨ ਸੀ ਉਹ ਭੱਜ ਗਈ, ਮਨ ਦੀ ਇਕਾਗਰਤਾ ਦੌੜ ਗਈ ਕਿਸੇ ਹੋਰ ਪਾਸੇ, ਮਨ ਕਿਤੇ ਚਲਾ ਗਿਆ, ਤੁਹਾਨੂੰ ਲੱਗ ਗਿਆ ਕੰਮ। ਕਿਉਂਕਿ ਮਨ ਜਿਹੜਾ ਨਾ, ਬਾਣੀ ਸੇਜ਼, ਜਦੋਂ ਬਾਣੀ ਪੜ੍ਹਦੇ ਹੋ ਨਾ, ਇਹ ਮਨ ਨੂੰ ਹਿੱਟ ਕਰਦੀ ਹੈ, ਇਹ ਮਨ ਨੂੰ ਕਿਲ ਕਰਦੀ ਹੈ। ਮਨ ਜਿਹੜਾ ਬੈਡ ਮਨ ਹੈ ਨਾ, ਗੰਦਾ ਮਾਈਂਡ ਹੈ, ਉਹ ਮਰਦਾ, ਉਹਦੀ ਮੌਤ ਹੁੰਦੀ ਹੈ। ਜਦੋਂ ਕਿਸੇ ਨੂੰ ਤੁਸੀਂ ਮਾਰੋ ਭੱਜੂਗਾ, ਆਪਣੇ ਆਪ ਨੂੰ ਸੇਵ ਕਰੂਗਾ, ਬਚਾਊਗਾ। ਜਦੋਂ ਗੰਦਾ ਮਨ ਮਰਦਾ ਹੈ ਨਾ, ਗੁਰੂ ਮਹਾਰਾਜ ਉਹਨੂੰ ਤੀਰ ਮਾਰਦੇ ਹੈ, ਅਣਿਆਲੇ ਤੀਰ ਮਾਰਦੇ ਹੈ, ਐਰੋ ਮਾਰਦੇ ਹੈ, ਬੁਲਟ ਮਾਰਦੇ ਹੈ। ਉਹ ਮਨ ਦੌੜਦਾ ਵੀ ਨਹੀਂ, ਆਈ ਡੋਂਟ ਵਾਂਟ ਟੂ ਲਿਸਨ, ਆਈ ਡੋਂਟ ਐਕਸੈਪਟ ਇਟ। ਮਨ ਗੰਦਾ ਹੈ, ਮਨ ਐਕਸੈਪਟ ਨਹੀਂ ਕਰਦਾ। ਮਨ ਆਪਣੇ ਲੌਜਿਕ ਲੈ ਕੇ ਆਉਂਦਾ, ਦਲੀਲਾਂ ਲੈ ਕੇ ਆਉਂਦਾ, ਆਪਣੀਆਂ ਆਰਗੂਮੈਂਟਸ ਲੈ ਆਉਂਦਾ, ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਹੜੀ ਗੱਲ ਮੇਰੀ ਮਾਈਂਡ ਨੂੰ
अपील नहीं करती, ਜਿਹੜੇ ਮੈਨੂੰ ਚੰਗੀ ਨਹੀਂ ਲੱਗਦੀ, ਆਏ ਕੋਸ਼ਿਸ਼ ਕਰਦਾ ਮੈਂ ਉਹਨੂੰ ਕੰਡੈਮ ਕਰਦੇ ਹਾਂ ਆਪਣੇ ਲੌਜਿਕਸ ਦੇ ਨਾਲ। ਤੇ ਜਦੋਂ ਸਿੱਖੀ ਦੇ ਰਾਹ ਤੁਰੀਦਾ ਉੱਥੇ ਲੌਜਿਕ ਜਿਹੜੇ ਨੇ ਪਿੱਛੇ ਛੱਡ ਦੇਈਦੇ ਆ। ਉੱਥੇ ਜਿਹੜੀਆਂ ਮਨ ਦੀਆਂ ਦਲੀਲਾਂ ਨੇ, ਆਰਗੂਮੈਂਟਸ ਨੇ, ਉਹਨੂੰ ਪਿੱਛੇ ਛੱਡ ਕੇ ਯੂ ਹੈਵ ਟੂ ਸਰੈਂਡਰ ਯੂਅਰਸੈਲਫ ਕਿ ਮਹਾਰਾਜ ਆਈ ਸਰੈਂਡਰ। when you go to Gurdwara you matha take. What is matha take? What is the meaning of matha take? Matha take means सच्चे पातशाह मैं और लम्मा पै गए तेरे पैरों में, हथ मेरे खड़े है, बस surrender, completely surrender। ये हुंदा मत्था टेकन दा। ਅਤੇ मैं I'm ready to accept your teaching, I'm ready to listen your sermon। accept करदा मैं ਤੁਹਾਨੂੰ। ਪਰ ਮੱਥਾ ਟੇਕ ਕੇ ਅਸੀਂ ਦੌੜਦੇ ਹਾਂ, ਫਟਾਫਟ ਭੱਜਦੇ ਹਾਂ ਵੀ ਪਤਾ ਨਹੀਂ ਗੁਰੂ ਮਹਾਰਾਜ ਬੰਨ੍ਹ ਕੇ ਨਾ ਬਿਠਾ ਲਵੇ ਸਾਨੂੰ, ਸਾਡੇ ਗਲ ਵਿੱਚ ਇੱਕ ਰੱਸਾ ਹੀ ਨਾ ਪਾ ਲਵੇ, ਚੇਨ ਹੀ ਨਾ ਪਾ ਲਵੇ। ਇਸ ਤੋਂ ਅਸੀਂ ਡਰਦੇ ਹਾਂ। ਹੁਣ ਸ਼ਬਦ ਆ ਰਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਇਸ ਸ਼ਬਦ ਵਿੱਚ ਸਾਨੂੰ ਸਾਰਿਆਂ ਨੂੰ ਐਡਰੈਸ ਕਰ ਰਹੇ ਨੇ, ਕਹਿ ਰਹੇ ਨੇ ਤੁਸੀਂ ਮੇਰੇ ਮਿੱਤਰ ਹੋ, ਯੂ ਆਰ ਮਾਈ ਫਰੈਂਡ। ਯੂ ਵਾਂਟ ਟੂ ਬੀ ਫਰੈਂਡ ਆਫ ਗੁਰੂ ਅਰਜਨ ਸਾਹਿਬ। ਅਸੀਂ ਚਾਹੁੰਦੇ ਹਾਂ ਵੀ ਅਸੀਂ ਗੁਰੂ ਅਰਜਨ ਸਾਹਿਬ ਦੇ ਫਰੈਂਡ ਬਣੀਏ, ਗੁਰੂ ਨਾਨਕ ਸਾਹਿਬ ਦੇ ਫਰੈਂਡ ਬਣੀਏ। ਉਹ ਬਣਾਉਣਾ ਚਾਹੁੰਦੇ ਆ ਤੁਹਾਨੂੰ। ਕੀ ਅਸੀਂ ਚਾਹੁੰਦੇ ਹਾਂ ਫਰੈਂਡਸ਼ਿਪ ਕਰਨਾ? ਚਾਹੁੰਦੇ ਆ ਨਾ? ਕਰੋ ਫਿਰ। ਕੀ ਕਹਿ ਰਹੇ ਨੇ ਫਿਰ ਫਰੈਂਡ ਨੂੰ ਕਿ ਜੇ ਤੂੰ ਮੇਰਾ ਫਰੈਂਡ ਬਣਨਾ ਹੈ, ਸੱਚਾ ਟਰੂ ਸੇਂਟ ਬਣਨਾ ਹੈ, ਸਾਵਧਾਨ ਇਕਾਗਰ ਚੇਤ। O saintly friend, sing the praise of God with attentiveness and focus of mind। ਆਪਣੇ ਮਨ ਨੂੰ ਇਕਾਗਰ ਕਰਕੇ, ਆਪਣੇ ਮਨ ਨੂੰ ਟਿਕਾ ਕੇ ਲਿਆ ਉੱਥੇ, ਫੋਕਸ ਕਰ ਆਪਣੇ ਮਨ ਨੂੰ ਗੁਰੂ ਦੀ ਬਾਣੀ 'ਤੇ। ਸੁਣ ਧਿਆਨ ਨਾਲ, ਧਿਆਨ ਨਾਲ ਸੁਣ, ਠੀਕ ਹੈ ਨਾ? ਧਿਆਨ ਨਾਲ ਸੁਣ। ਇਸੇ ਕਰਕੇ ਬਾਣੀ ਵਿੱਚ ਜਦੋਂ ਵੀ ਤੁਸੀਂ ਬਾਣੀ ਪੜ੍ਹੋਗੇ, ਅ ਲੋਟ ਆਫ ਸ਼ਬਦ ਜਿੱਥੇ ਗੁਰੂ ਸਾਹਿਬ ਆਪਣੀ ਮਾਈਂਡ ਨੂੰ ਐਡਰੈਸ ਕਰਦੇ ਨੇ, ਸੈਲਫ ਐਡਰੈਸ ਕਰਦੇ ਨੇ, ਆਪਣੇ ਆਪ ਨੂੰ ਕਹਿਣਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸੋ ਸਿੱਖੀ ਵਿੱਚ ਜਿਹੜੀ ਸਾਡੀ ਮਾਈਂਡ ਦੀ ਪ੍ਰੈਜੈਂਸ ਹੈ, ਦਿਸ ਇਜ਼ ਮੋਸਟ ਇੰਪੋਰਟੈਂਟ। ਬੋਡੀ ਦੀ ਜਿਹੜੀ ਪ੍ਰੈਜੈਂਸ ਹੈ ਉਸ ਤੋਂ ਜ਼ਿਆਦਾ ਪ੍ਰੈਜੈਂਸ ਜਿਹੜੀ ਹੈ ਮਾਈਂਡ ਦੀ, ਉਹ ਬਹੁਤ ਇੰਪੋਰਟੈਂਟ ਹੈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਕੁਝ ਸਿੱਖ ਬੈਠੇ ਸਨ ਅਤੇ ਨੇੜੇ ਹੀ ਕੋਈ ਫਨ ਫੇਅਰ ਸੀ, ਸਰਕਸ ਲੱਗੀ ਹੋਈ ਸੀ, ਸਰਕਸ ਹੋ ਰਹੀ ਸੀ। ਕੁਝ ਸਿੱਖਾਂ ਨੇ ਕਿਹਾ ਕਿ ਗੁਰੂ ਜੀ ਅਸੀਂ ਸਰਕਸ ਦੇਖਣਾ ਚਾਹੁੰਦੇ ਹਾਂ। ਗੁਰੂ ਜੀ ਨੇ ਕਿਹਾ ਜਾਓ ਐਂਡ ਇੰਜੋਏ, ਸੀ ਐਂਡ ਇੰਜੋਏ, ਵਾਚ ਐਂਡ ਇੰਜੋਏ। ਕੁਝ ਸਿੱਖ ਕਹਿੰਦੇ ਲੈ ਨਹੀਂ ਨਹੀਂ, ਅਸੀਂ ਗੁਰੂ ਨੂੰ ਛੱਡ ਕੇ ਨਹੀਂ ਜਾਂਦੇ, ਅਸੀਂ ਤਾਂ ਮਹਾਰਾਜ ਦੇ ਚਰਨਾਂ 'ਚ ਬੈਠਾਂਗੇ, ਅਸੀਂ ਨਹੀਂ ਸਰਕਸ ਦੇਖਣੀ, ਅਸੀਂ ਮਨਮੁਖ ਨਹੀਂ ਬਣਨਾ, ਅਸੀਂ ਮਾਈਂਡ ਸੈਂਟਰ ਨਹੀਂ ਬਣਨਾ, ਅਸੀਂ ਗੁਰੂ ਨੂੰ ਪਿੱਠ ਨਹੀਂ ਦੇਣੀ, ਗੁਰੂ ਵੱਲ ਅਸੀਂ ਮੂੰਹ ਨਹੀਂ ਮੋੜਨਾ। ਬੈਠ ਗਏ। ਦੂਜੇ ਸਿੱਖ ਚਲੇ ਗਏ ਸਰਕਸ ਵੇਖਣ। ਸੈਕਿੰਡ ਡੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ, ਅੰਮ੍ਰਿਤ ਵੇਲੇ ਕੀਰਤਨ ਹੋਇਆ ਅਤੇ ਕਥਾ ਹੋਈ, ਅਤੇ ਗੁਰੂ ਸਾਹਿਬ ਨੇ ਕਥਾ ਸਰਮਨ ਕਰਨ ਦੀ ਸਟਾਰਟਿੰਗ ਇੱਥੋਂ ਸ਼ੁਰੂ ਕੀਤੀ, ਐਬਸੈਂਟ ਪ੍ਰੈਜ਼ੈਂਟ, ਪ੍ਰੈਜ਼ੈਂਟ ਐਬਸੈਂਟ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿੰਨੇ ਸੰਗਤ ਬੈਠੀ ਸੀ ਉਹ ਸਾਰੇ ਕਨਫਿਊਜ਼ ਹੋ ਗਏ ਕਿ ਗੁਰੂ ਸਾਹਿਬ ਦਾ ਅੱਜ ਸਰਮਨ ਕਿਹੋ ਜਿਹਾ, ਸਮਝ ਨਹੀਂ ਪਈ ਗੱਲ। ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਪ੍ਰੈਜ਼ੈਂਟ ਐਬਸੈਂਟ, ਐਬਸੈਂਟ ਪ੍ਰੈਜ਼ੈਂਟ। ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਜਿਹੜੇ ਬੰਦੇ ਕੱਲ੍ਹ ਇੱਥੇ ਬੈਠੇ ਸੀ ਮੇਰੇ ਕੋਲ, ਉਹ ਸੀ ਐਬਸੈਂਟ, ਜਿਹੜੇ ਮੇਲਾ ਵੇਖਣ ਗਏ ਸੀ, ਸਰਕਸ ਵੇਖਣ ਗਏ ਸੀ, ਉਹ ਸੀ ਪ੍ਰੈਜ਼ੈਂਟ। ਸਿੱਖ ਥੋੜ੍ਹੇ ਜਿਹੇ ਕਨਫਿਊਜ਼ ਹੋਏ, ਇਹ ਕਿਵੇਂ ਜੀ? ਅਤੇ ਗੁਰੂ ਨੇ ਕਿਹਾ ਜਿਹੜੇ ਸਰਕਸ ਦੇਖਣ ਗਏ ਸੀ ਉਹਨਾਂ ਦਾ ਮਾਈਂਡ ਗੁਰਦੁਆਰੇ ਸੀ, ਉਹਨਾਂ ਦਾ ਮਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੀ, ਭਾਵੇਂ ਉਹ ਸਰਕਸ ਵੇਖ ਰਹੇ ਸੀ। ਪਰ ਜਿਹੜੇ ਇੱਥੇ ਬੈਠੇ ਸੀ ਇਹ ਸੋਚੀ ਜਾਂਦੇ ਸੀ ਕਿ ਆਪਾਂ ਐਵੇਂ ਗਲਤੀ ਕੀਤੀ, ਗੁਰੂ ਕੋਲ ਰਹਿ ਗਏ, ਆਪਾਂ ਨੂੰ ਵੀ ਸਰਕਸ ਵੇਖਣੀ ਚਾਹੀਦੀ ਸੀ,
ਸਾਨੂੰ ਵੀ ਉੱਥੇ ਮਜ਼ਾ ਲੈਣਾ ਚਾਹੀਦਾ ਸੀ। ਉਹ ਸੋਚੀ ਜਾ ਰਹੇ ਸੀ ਪਤਾ ਨਹੀਂ ਉਹ ਕਿੰਨਾ ਮਜ਼ਾ ਲੈ ਰਹੇ ਹੋਣੇ, ਕਿੰਨਾ ਫਨ ਕਰ ਰਹੇ ਹੋਣੇ, ਫਨ ਫੇਅਰ ਲੱਗਿਆ ਹੋਊਗਾ, ਪਕੌੜੇ ਖਾ ਰਹੇ ਹੋਣੇ, ਜਲੇਬੀਆਂ ਖਾ ਰਹੇ ਹੋਣੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਖੇਡ ਨੇ, ਗੇਮਸ ਨੇ, ਉਹ ਦੇਖ ਰਹੇ ਹੋਣੇ। ਆਪਾਂ ਐਵੇਂ ਗੁਰੂ ਕੋਲ ਬੈਠੇ ਹਾਂ ਅਤੇ ਗੁਰੂ ਸਾਹਿਬ ਕਹਿੰਦੇ ਫਿਰ ਪ੍ਰੈਜ਼ੈਂਟ ਐਬਸੈਂਟ, ਐਬਸੈਂਟ ਪ੍ਰੈਜ਼ੈਂਟ। ਇਟ ਮੀਨਸ ਕਿ ਜਦੋਂ ਅਸੀਂ ਗੁਰਦੁਆਰੇ ਬੈਠੀਏ ਟਰਾਈ ਕਰੀਏ ਕਿ ਸਾਡਾ ਮਨ ਪ੍ਰੈਜ਼ੈਂਟ ਹੋਵੇ। ਮਨ ਦੀ ਪ੍ਰੈਜ਼ੈਂਸ ਦੀ ਬੜੀ ਲੋੜ ਹੈ, ਠੀਕ ਹੈ ਜੀ। ਕਿਉਂਕਿ ਬਾਣੀ ਨੇ ਜਿਹੜਾ ਬਾਣੀ ਦਾ ਟਾਰਗੇਟ ਹੈ ਨਾ, ਉਹ ਮਾਈਂਡ ਹੈ। ਮਾਈਂਡ ਨੂੰ ਐਡਰੈਸ ਕਰਨਾ ਬਾਣੀ ਨੇ। ਹੁਣ ਅਸੀਂ ਸਾਰੀ ਸੁਖਮਨੀ ਸਾਹਿਬ ਪੜ੍ਹੀ ਹੈ। ਸੋ ਗੁਰੂ ਸਾਹਿਬ ਜੀ ਇਸ ਪੌੜੀ ਵਿੱਚ, ਇਸ ਅਸ਼ਟਪਦੀ ਵਿੱਚ ਸਾਰੀ ਸੁਖਮਨੀ ਸਾਹਿਬ ਨੂੰ ਕਨਕਲੂਡ ਕਰ ਰਹੇ ਨੇ, ਇਸ ਦਾ ਕਨਕਲੂਜ਼ਨ ਦੇ ਰਹੇ ਨੇ, ਇਹਨੂੰ ਸਮ ਅਪ ਕਰ ਰਹੇ ਨੇ। ਸੁਖਮਨੀ ਸਾਹਿਬ ਕੀ ਹੈ? ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, the divine attribute of God and his name are the Sukhmani, the provider of peace to the mind. Sukhmani means, Sukh means peace, Mani means mind. Mind ਨੂੰ peace ਦੇਣ ਵਾਲੀ, peace giving to mind, peace giver to mind is called Sukhmani. ਸੁਖਮਨੀ ਪੜ੍ਹੋਗੇ ਪਿਆਰ ਨਾਲ ਨਾ, ਇਹ ਬਸ ਬਹੁਤ ਬਖਸ਼ਿਸ਼ ਕਰਦੀ ਹੈ। ਇਸ ਕਰਕੇ ਇੱਕ ਹੈਬਿਟ ਜ਼ਰੂਰ ਬਣਾਉਣੀ ਚਾਹੀਦੀ ਹੈ। ਜਿੱਥੇ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਰਹਿਰਾਸ ਪੜ੍ਹਦੇ ਹੋ, ਉੱਥੇ ਸੁਖਮਨੀ ਸਾਹਿਬ ਵੀ ਚਾਹੇ ਇੱਕ ਅਸ਼ਟਪਦੀ ਪੜ੍ਹੋ, ਇੱਕ ਪੌੜੀ ਪੜ੍ਹੋ। ਟਰਾਈ ਕਰੋ ਵੀ ਐਵਰੀ ਡੇ ਇਹਨੂੰ ਆਪਣੀ ਲਾਈਫ ਦਾ ਇੱਕ ਪਾਰਟ ਬਣਾਓ, ਜ਼ਿੰਦਗੀ ਦਾ ਇਹਨੂੰ ਨਿਤਨੇਮ ਬਣਾਈਏ। ਹਰ ਰੋਜ਼ ਇੱਕ ਦੋ ਸ਼ਬਦ ਗੁਰੂ ਦੇ ਯਾਦ ਕਰਕੇ, ਗੁਰੂ ਦੇ ਸ਼ਬਦ ਪੜ੍ਹ ਕੇ ਚੱਲੀਏ ਕੰਮ 'ਤੇ। ਜਿਸ ਮਨ ਬਸੈ ਸੋ ਹੋਤ ਨਿਧਾਨ, one in whose mind it dwells become enriched with the treasure of divine virtues. ਨਿਧਾਨ means virtuous, ਨਿਧਾਨ means ਖਜ਼ਾਨੇ ਵਾਲੇ ਬਣਨਾ, ਅਮੀਰ ਬਣਨਾ, ਵੈਲਦੀ ਬਣਨਾ, ਰਿਚ ਬਣਨਾ। ਅਤੇ ਜਿਹਦੇ ਮਨ ਵਿੱਚ ਇਹ ਗੁਰੂ ਦੀ ਬਾਣੀ ਵਸ ਗਈ ਸੁਖਮਨੀ ਸਾਹਿਬ, ਉਹ ਰਿਚ ਹੈ। ਉਸ ਤੋਂ ਵੱਡਾ ਕੋਈ ਰਿਚ ਹੀ ਨਹੀਂ। ਹੀ ਇਜ਼ ਦਾ ਰਿਚੈਸਟ ਪਰਸਨ। ਬਹੁਤ ਅਮੀਰ ਬੰਦਾ ਹੋ ਗਿਆ ਜਿਹਦੇ ਮਾਈਂਡ ਵਿੱਚ ਗੁਰੂ ਦੀ ਸੁਖਮਨੀ ਡਿਵੈਲ ਕਰ ਗਈ। ਸਰਬ ਇੱਛਾ ਤਾਕੀ ਪੂਰਨ ਹੋਏ, ਐਂਡ ਆਲ ਵਨਸ ਡਿਜ਼ਾਇਰ ਇਜ਼ ਫੁਲਫਿਲਡ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਬੀਇੰਗ ਅ ਡਿਸਟਿੰਗਿਸ਼ਡ ਪਰਸਨ, ਵਨ ਬਿਕਮਸ ਫੇਮਸ ਆਲ ਓਵਰ ਦਾ ਵਰਲਡ। ਸਭ ਤੇ ਊਚ ਪਾਏ ਅਸਥਾਨ। ਜਿਹਨੇ ਮਨ ਵਿੱਚ ਸੁਖਮਨੀ ਨੂੰ ਡਿਵੈਲਪ ਕਰ ਲਿਆ, ਵਨ ਅਟੇਨਸ ਦ ਹਾਈਐਸਟ ਪਲੇਸ ਆਫ ਆਲ। ਬਹੁਤ ਉੱਚੀ ਸਟੇਟ ਆਫ ਮਾਈਂਡ ਵਿੱਚ ਉਹ ਚਲਾ ਗਿਆ ਹੈ, ਜੋ ਉਸ ਕੋਲ ਹੈ ਕਿਸੇ ਕੋਲ ਵੀ ਨਹੀਂ। ਉਹ ਬਾਦਸ਼ਾਹ ਹੈ, ਐਂਪਰਰ ਬਣ ਗਿਆ, ਟਰੂ ਐਂਪਰਰ ਬਣ ਗਿਆ। ਬੋਹਰ ਨ ਹੋਵੇ ਆਵਨ ਜਾਨ, ਐਂਡ ਵਨ ਡਜ਼ ਨੋਟ ਕਮ ਐਂਡ ਗੋ, ਵੰਡਰ ਇਨ ਮਿਜ਼ਰੀ ਅਗੇਨ ਐਂਡ ਅਗੇਨ। ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਬੰਦਾ ਫਿਰ ਦੁੱਖਾਂ ਵਿੱਚ ਨਹੀਂ, ਪਰੇਸ਼ਾਨੀਆਂ ਵਿੱਚ ਨਹੀਂ ਆਉਂਦਾ। ਪ੍ਰੋਬਲਮਸ ਜਿਹੜੀਆਂ ਨੇ ਆਉਂਦੀਆਂ ਜ਼ਰੂਰ ਨੇ। ਇੱਕ ਗੱਲ ਅਸੀਂ ਜਦੋਂ ਹਿਸਟਰੀ ਪੜ੍ਹਦੇ ਹਾਂ, ਜਦੋਂ ਕੋਈ ਸਾਖੀ ਸੁਣਦੇ ਹਾਂ, ਅਤੇ ਤੁਹਾਡੇ ਮਾਈਂਡ 'ਚ ਇੱਕ ਕੁਐਸਚਨ ਬੜਾ ਆਉਂਦਾ ਹੋਣਾ ਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਸੁੱਖ ਮਿਲਦਾ, ਸੁੱਖ ਮਿਲਦਾ, ਬਾਣੀ ਪੜ੍ਹੋ, ਸਿਮਰਨ ਕਰੋ। ਅਤੇ ਗੁਰੂ ਅਰਜਨ ਸਾਹਿਬ ਨੂੰ ਤਾਂ ਕੋਈ ਸੁੱਖ ਮਿਲਿਆ ਨਹੀਂ, ਤਤੀ ਤਵੀ 'ਤੇ ਬੈਠਣਾ ਪੈ ਗਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਕੋਈ ਸੁੱਖ ਮਿਲਿਆ ਨਹੀਂ। ਸਾਰੀ ਫੈਮਿਲੀ ਉਹਨਾਂ ਨੂੰ ਸੈਕਰੀਫਾਈ ਕਰਨੀ ਪਈ। ਸਾਰੀ ਫੈਮਿਲੀ, ਮਾਂ ਵੀ, ਪਿਓ ਵੀ, ਬੱਚੇ ਵੀ, ਸਾਰੇ ਮਾਰਟਰ ਹੋ ਗਏ, ਸ਼ਹੀਦ ਹੋ ਗਏ। ਘਰ ਵੀ ਉਹਨਾਂ ਦਾ ਸਭ ਡਿਸਟਰੋਏ ਕਰ ਦਿੱਤਾ ਗਿਆ। ਆਲ ਦਾ ਲਾਈਫ ਗੁਰੂ ਗੋਬਿੰਦ ਸਿੰਘ ਮਹਾਰਾਜ ਚੈਲੰਜ ਦੇ ਵਿੱਚ ਰਹੇ। ਇੱਕ ਸਾਹ ਵੀ ਗੁਰੂ ਸਾਹਿਬ ਨੂੰ ਚੈਨ ਦਾ ਨਹੀਂ ਮਿਲਿਆ ਵੀ ਕਿਤੇ ਟਿਕ ਕੇ ਬਹਿ ਜਾਣ। ਕੋਈ ਇੱਧਰੋਂ ਅਟੈਕ, ਮੁਗਲਿਆ ਆਰਮੀ ਅਟੈਕ ਕਰਦੀ ਹੈ, ਜਿਹੜੀ ਪਹਾੜੀ ਰਾਜੇ ਨੇ, ਹਿੱਲੀ ਸਟੇਸ਼ਨ ਦੇ ਰਾਜੇ ਨੇ, ਉਹ ਅਟੈਕ ਕਰਦੇ ਨੇ। ਜੇ ਉਹ ਚੁੱਪ ਕਰਦੇ ਨੇ ਤਾਂ ਫੈਮਿਲੀ 'ਚੋਂ ਹੀ ਕੋਈ ਅਟੈਕ ਕਰ ਦਿੰਦਾ, ਚਾਚੇ ਤਾਏ ਦਾ ਮੁੰਡਾ, ਕੋਈ ਹੋਰ, ਉਹ ਅਟੈਕ ਕਰੀ ਜਾਂਦੇ ਨੇ। ਕੋਈ ਨਾ ਕੋਈ ਪ੍ਰੋਬਲਮ ਗੁਰੂ ਸਾਹਿਬ ਦੇ ਸਾਹਮਣੇ ਹੈ। ਇਹਦਾ ਮਤਲਬ ਵੀ ਗੁਰੂ ਸਾਹਿਬ ਪਾਠ ਕਰਦੇ ਸੀ, ਸੁੱਖ ਤਾਂ ਮਿਲਿਆ ਨਹੀਂ ਕੋਈ। ਵਾਟ ਡੂ ਯੂ ਥਿੰਕ? ਕੀ ਜੇ ਹੁਣ ਤੁਸੀਂ ਪਾਠ ਕਰੋਗੇ ਕੋਈ ਪ੍ਰੋਬਲਮ ਆਊਗੀ ਨਹੀਂ ਲਾਈਫ 'ਚ? ਸੁਖਮਨੀ ਸਾਹਿਬ ਪੜ੍ਹੋਗੇ ਕੋਈ ਸੁੱਖ ਹੀ ਮਿਲੀ ਜਾਣਗੇ?
ਕਿ ਕਿਹੜਾ ਸੁੱਖ ਹੈ ਜਿਸ ਬਾਰੇ ਗੁਰੂ ਸਾਹਿਬ ਗੱਲ ਕਰਦੇ ਨੇ? ਕੀ ਆਹੀ ਸੁੱਖ ਹੈ ਜਿਹੜਾ ਅਸੀਂ ਕਹਿੰਦੇ ਹਾਂ ਜੀ ਏਅਰ ਕੌਣ ਲੱਗ ਗਿਆ ਜੀ, ਠੰਡ ਮਿਲ ਗਈ, ਸੁੱਖ ਮਿਲ ਗਿਆ ਹੈ ਜੀ, ਕੋਜ਼ੀ ਬੈੱਡ ਮਿਲ ਗਿਆ, ਵਾ ਮਜ਼ਾ ਆ ਗਿਆ, 5 ਸਟਾਰ ਹੋਟਲ 'ਚ ਮਿਲ ਗਿਆ ਰਹਿਣ ਨੂੰ, ਮਜ਼ਾ ਆ ਗਿਆ? ਕੀ ਇਹੀ ਸੁੱਖ ਦੀ ਗੱਲ ਕਰਦੇ ਨੇ ਗੁਰੂ ਸਾਹਿਬ? ਕੋਈ ਇਸ ਤੋਂ ਵੀ ਕੋਈ ਵੱਡਾ ਸੁੱਖ ਹੈ, ਇਸ ਤੋਂ ਵੀ ਹਾਈਐਸਟ ਜਿਹੜਾ ਹੈ ਜਿਹੜਾ ਪਲੈਜ਼ਰ ਹੈ ਜਾਂ ਬਲਿਸ ਹੈ, ਉਹਦੀ ਗੱਲ ਕਰਦੇ ਨੇ ਗੁਰੂ ਸਾਹਿਬ। ਹਾਂਜੀ, ਕਿਵੇਂ ਲੱਗਦਾ ਤੁਹਾਨੂੰ? ਉਹ ਕਿਹੋ ਜਿਹਾ ਸੁੱਖ ਹੈ ਜਿਹੜਾ ਗੁਰੂ ਅਰਜਨ ਸਾਹਿਬ ਦੀ ਬਾਣੀ ਖੁਦ ਪੜ੍ਹੋ, ਉਹਨਾਂ ਦੀ ਸਟੇਟਮੈਂਟ ਜਿਹੜੀ ਹੈ, ਜਿਹੜੀ ਉਹਨਾਂ ਨੇ ਅਟਰ ਕੀਤੀ ਸੀ ਉਸ ਵੇਲੇ ਜਦੋਂ ਤੱਤੀ ਤਵੀ 'ਤੇ ਬੈਠੇ ਨੇ, ਹੌਟ ਪਲੇਟ ਦੇ ਉੱਪਰ ਬੈਠੇ ਨੇ, ਬਰਨਿੰਗ ਪਲੇਟ ਦੇ ਉੱਪਰ ਬੈਠੇ ਨੇ। ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ। ਦਿਸ ਇਜ਼ ਵੈਰੀ ਵੈਰੀ ਸਵੀਟ ਸੌਂਗ। ਮਿੱਠਾ ਗੀਤ ਗਾਇਆ, ਸੈਡ ਸੌਂਗ ਨਹੀਂ ਗਾਇਆ। ਇੱਕ ਤਾਂ ਹੁੰਦਾ ਨਾ ਵੀ ਹਾਏ ਮਰ ਗਿਆ, ਡੁੱਬ ਗਿਆ, ਤੱਤੀ ਲੱਗਦੀ ਹੈ, ਬਹੁਤ ਹੀ ਬੁਰਾ ਹਾਲ ਹੈ, ਹਾਏ ਬੂ ਕਰਨਾ। ਇੱਕ ਆਨੰਦ ਵਿੱਚ ਬੈਠਾ ਹੈ, ਇੱਕ ਐਵੇਂ ਹੀ ਸਹਿਜ ਸੁਭਾਏ। ਗੁਰੂ ਸਾਹਿਬ ਕਹਿੰਦੇ ਹੁਣ ਸਾਡਾ ਮਨ ਤਾਂ ਰੱਬ ਨਾਲ ਜੁੜਿਆ, ਤੁਸੀਂ ਬੋਡੀ ਨੂੰ ਟੌਰਚਰ ਕਰਨਾ ਕਰ ਲਓ, ਕੱਢ ਲਓ, ਕੀ ਕਰਨਾ ਇਹਦੇ ਚੋਂ। ਗੁਰੂ ਸਾਹਿਬ ਐਵੇਂ ਤੱਤੀ ਤਵੀ 'ਤੇ ਬੈਠ ਗਏ ਜਿਵੇਂ ਉਹ ਹਰਿਮੰਦਰ ਸਾਹਿਬ ਵਿੱਚ ਗੋਲਡਨ ਟੈਂਪਲ ਵਿੱਚ ਬੈਠ ਕੇ ਕੀਰਤਨ ਕਰਦੇ ਸੀ, ਉਸੇ ਤਰ੍ਹਾਂ ਤੱਤੀ ਤਵੀ 'ਤੇ ਬੈਠ ਕੇ। ਇੱਕ ਉਹ ਇੰਨੀ ਵੱਡੀ ਅਵਸਥਾ ਦੇ ਮਾਲਕ ਸੀ, ਇੰਨੀ ਉੱਚੀ ਸਪਿਰਿਚੁਅਲ ਸਟੇਟ ਵਿੱਚ ਪਹੁੰਚ ਗਏ ਜਿੱਥੇ ਵਰਲਡਲੀ ਜਿਹੜੀ ਅਟੈਂਗਲਮੈਂਟ ਹੈ, ਅਟੈਚਮੈਂਟ ਹੈ, ਦੁੱਖ ਸੁੱਖ ਜਿਹੜਾ ਹੈ, ਉਸ ਤੋਂ ਬਹੁਤ ਉੱਚੇ ਚਲੇ ਗਏ। ਨਾ ਦੁੱਖ ਦੀ ਕੋਈ ਪਰਵਾਹ ਹੈ, ਨਾ ਸੁੱਖ ਦੀ ਕੋਈ ਪਰਵਾਹ ਹੈ, ਨਾ ਦੁੱਖ ਨਾਲ ਕੋਈ ਅਟੈਚਮੈਂਟ ਹੈ, ਨਾ ਸੁੱਖ ਨਾਲ ਕੋਈ ਅਟੈਚਮੈਂਟ ਹੈ। ਅਟੈਚਮੈਂਟ ਨਹੀਂ, ਡਿਟੈਚਡ ਹੋ ਗਏ ਵੀ ਕੋਈ ਗੱਲ ਨਹੀਂ ਜੀ, ਦੁੱਖ ਵੀ ਆ ਰਿਹਾ। ਕੰਪਲੀਟਲੀ ਜਿਹੜਾ ਭਾਣਾ ਮੰਨਣ ਦੀ ਗੱਲ ਅਸੀਂ ਕਰਦੇ ਹਾਂ ਨਾ ਵੀ ਵੀ ਸ਼ੁੱਡ ਐਕਸੈਪਟ ਦਾ ਵਿਲ ਆਫ ਗॉड। ਕਹਿਣਾ ਤਾਂ ਈਜ਼ੀ ਹੈ ਵੀ ਹਾਂ ਜੀ ਭਾਣਾ ਮੰਨੋ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਪਰ ਜਦੋਂ ਰੀਅਲੀ ਅਸੀਂ ਟਰਾਈ ਕਰਦੇ ਹਾਂ, ਭਾਣਾ ਬਹੁਤ ਔਖਾ ਹੈ। ਪਰ ਗੁਰੂ ਨੇ ਐਗਜ਼ਾਮਪਲ ਸਾਨੂੰ ਇਹ ਸੈੱਟ ਕਰਕੇ ਦਿੱਤੀ ਹੈ। ਗੁਰੂ ਇੱਕ ਸਾਡੇ ਲਈ ਰੋਲ ਮਾਡਲ ਹੈ, ਸਾਡਾ ਵੀ ਕੋਈ ਰੋਲ ਮਾਡਲ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਦੇ ਵੀ ਮੇਰੇ ਵਰਗੇ ਬੰਦੇ ਨੂੰ ਰੋਲ ਮਾਡਲ ਨਾ ਬਣਾਇਓ, ਸਪੈਸ਼ਲੀ ਕਿਸੇ ਗਿਆਨੀ ਨੂੰ ਰੋਲ ਮਾਡਲ ਨਾ ਬਣਾਇਓ। ਜੇ ਰੋਲ ਮਾਡਲ ਬਣਾਉਣਾ ਹੈ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਇਓ। ਜੇ ਰੋਲ ਮਾਡਲ ਬਣਾਉਣਾ ਗੁਰੂ ਅਰਜਨ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੂੰ ਬਣਾਇਓ। ਰੋਲ ਮਾਡਲ ਤਾਂ ਆਲਰੇਡੀ ਇਜ਼ ਦੇਅਰ। ਗੁਰੂ ਗ੍ਰੰਥ ਸਾਹਿਬ ਇਜ਼ ਯੂਰ ਰੋਲ ਮਾਡਲ। ਪਰਫੈਕਸ਼ਨ ਚੀਜ਼ ਇਜ਼ ਦੇਅਰ, ਪਰਫੈਕਟ ਚੀਜ਼ ਇਜ਼ ਦੇਅਰ। ਗੁਰੂ ਗ੍ਰੰਥ ਸਾਹਿਬ ਡੈਸਟੀਨੇਸ਼ਨ ਇਜ਼ ਦੇਅਰ, ਵੀ ਹੈਵ ਟੂ ਅਚੀਵ ਦੈਟ। ਉੱਥੇ ਪਹੁੰਚਣਾ ਅਸੀਂ। ਪਤਾ ਕੀ ਹੈ, ਤੁਸੀਂ ਵੀ ਜਾਣਦੇ ਹੋ, ਸਾਡਾ ਮਨ ਬੜਾ ਗੰਦਾ ਹੈ। ਪਤਾ ਕੀ ਕਰਦਾ, ਜਦੋਂ ਅਸੀਂ ਕੋਈ ਗੰਦਾ ਕੰਮ ਕਰਨਾ ਨਾ, ਅਸੀਂ ਕਹਿੰਦੇ ਹਾਂ ਲੋ ਜੀ ਉਹ ਗਿਆਨੀ ਜੀ ਵੀ ਸ਼ਰਾਬ ਪੀਂਦੇ ਸੀ, ਉਹ ਗਿਆਨੀ ਜੀ ਵੇਖਿਆ ਸੀ ਮੈਂ ਆਹ ਕੰਮ ਕਰਦਾ, ਜਨਾਨੀਆਂ ਛੇੜਦਾ, ਉਹ ਗਿਆਨੀ ਜੀ ਵੇਖਿਆ ਸੀ ਮੈਂ ਉੱਥੇ ਸ਼ਰਾਬ ਪੀਂਦਾ, ਪੱਬ ਵੇਖਿਆ ਸੀ ਮੈਂ। ਇਹਦਾ ਮਤਲਬ ਗਿਆਨੀ ਨਹੀਂ ਹੈ। ਪੱਗ ਬੰਨ੍ਹਣ ਲਈ ਗਿਆਨੀ ਥੋੜ੍ਹੀ ਬਣ ਗਿਆ। ਦਾੜੀ ਰੱਖ ਲਈ ਇਜ਼ ਨੋਟ ਗਿਆਨੀ। 4 ਕਿਤਾਬਾਂ ਪੜ੍ਹ ਲਈਆਂ, ਉਹਨੂੰ ਯਾਦ ਕਰ ਲਿਆ, ਮੈਮੋਰਾਈਜ਼ ਕਰ ਲਈ, ਇਜ਼ ਨੋਟ ਗਿਆਨੀ। ਹੂ ਇਜ਼ ਗਿਆਨੀ ਦੈਨ ਅਕੋਰਡਿੰਗ ਟੂ ਬਾਣੀ? I can quote from Guru Granth Sahib. Guru Sahib says, ਗਿਆਨੀ ਕੌਣ ਹੈ? ਗਿਆਨੀ ਹੋਏ ਸੋ ਚੇਤਨ ਹੋਏ। ਚੇਤਨ means conscious, ਜਿਹੜਾ ਸਦਾ ਅਟੈਂਟਿਵ ਰਹਿੰਦਾ ਹੈ ਕਿ ਮੇਰੇ ਕੋਲੋਂ ਸੁਪਨੇ ਵਿੱਚ ਵੀ, ਡ੍ਰੀਮ ਵਿੱਚ ਵੀ ਕੋਈ ਗਲਤੀ ਨਾ ਹੋ ਜਾਏ। That is called ਗਿਆਨੀ। ਅਗਿਆਨੀ ਅੰਧ ਕਮਾਏ। ਅਗਿਆਨੀ ਜਿਹੜਾ ਹੈ ਆਪੋਜਿਟ ਟੂ ਗਿਆਨੀ ਹਮੇਸ਼ਾ ਅੰਧਾ ਹੀ ਰਹਿੰਦਾ ਹੈ, ਇਗਨੋਰੈਂਸ ਵਿੱਚ ਰਹਿੰਦਾ ਹੈ। ਕਿਤਾਬਾਂ ਵੀ ਪੜ੍ਹੀਆਂ ਨੇ, ਨੌਲੇਜ ਵੀ ਹੈ, ਪਰ ਕਹਿੰਦੇ ਨੇ ਵਿਦਾਊਟ ਪ੍ਰੈਕਟਿਸ ਨੌਲੇਜ ਇਜ਼ ਨੋ ਯੂਜ਼। ਇਸ ਕਰਕੇ ਰੋਲ ਮਾਡਲ ਗਿਆਨੀ ਨੂੰ ਨਹੀਂ ਬਣਾਉਣਾ। ਮੈਂ ਬੜਾ ਫਰੈਂਕ ਹੀ ਗੱਲ ਕਰ ਰਿਹਾ, ਕਿਸੇ ਬੰਦੇ ਨੂੰ ਨਾ ਬਣਾਓ। ਰੋਲ ਮਾਡਲ ਸਾਡੇ ਕੋਲ ਹੈਗੇ ਆ। ਹਿਸਟਰੀ ਨੂੰ ਪੜ੍ਹੋ, ਬਾਣੀ ਨੂੰ ਪੜ੍ਹੋ, ਉੱਥੇ ਦੇਖੋ ਵੀ ਮਹਾਰਾਜ ਕੀ ਕਹਿ ਰਹੇ ਨੇ। ਠੀਕ ਹੈ ਜੀ। ਇਸ ਕਰਕੇ ਇਹੀ ਕਹਿ ਰਹੇ ਨੇ ਗੁਰੂ ਸਾਹਿਬ ਕਿ ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੈ ਆਵਨ ਜਾਨ, ਹਰ ਤਨ ਖਾਟ ਚੱਲੈ ਜਨ ਸੋਏ। ਕੋਈ ਗੁਰਮੁਖ
ਗੁਰਸਿੱਖ ਪਿਆਰਾ ਜਿਹੜਾ ਹੈ, ਗੁਰੂ ਨਾਲ ਜੁੜਿਆ ਹੋਇਆ, ਗੁਰੂ ਓਰੀਐਂਟਡ ਪਰਸਨ, ਹਰੀ ਨਾਮ ਦਾ ਧਨ, ਧਨ ਮੀਨਸ ਵੈਲਥ, ਧਨ, one who receives divine grace succeed in earning this divine wealth, ਜਿਸ ਨੂੰ ਗੁਰੂ ਦੀ ਮਿਹਰ ਮਿਲਦੀ ਹੈ, ਕਿਰਪਾ ਮਿਲਦੀ ਹੈ, ਉਹ ਇਹ ਨਾਮ ਦਾ ਧਨ ਖੱਟ ਕੇ ਜਾਂਦਾ ਹੈ। ਬਾਣੀ ਸੇਜ ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਕਿ ਉਹ ਬੰਦਾ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਇਨਸਾਨ ਹੈ, ਉਹ ਆਪਣੀ ਲਾਈਫ ਦੇ ਵਿੱਚ ਬੜਾ ਫਰੀ ਸਟਾਈਲ ਰਹਿੰਦਾ ਹੈ, ਸਟ੍ਰੈਸਲੈਸ ਰਹਿੰਦਾ ਹੈ, ਸਟ੍ਰੈਸ ਫਰੀ ਰਹਿੰਦਾ ਹੈ, ਰੱਬ ਦੇ ਆਸਰੇ ਵਿੱਚ ਰਹਿੰਦਾ ਹੈ, ਅਤੇ ਈਜ਼ੀਲੀ ਸੰਸਾਰ ਤੋਂ ਵੀ ਐਵੇਂ ਜਾਂਦਾ। ਬਸ ਜਿਵੇਂ ਤੁਸੀਂ ਸਿੰਗਾਪੁਰ ਤੋਂ ਆਸਟ੍ਰੇਲੀਆ ਨੂੰ ਜਾਂਦੇ ਹੋ ਫਲਾਈਟ ਪੈ ਕੇ, ਆਰਾਮ ਨਾਲ ਮਜ਼ਾ ਲੈਂਦੇ ਹੋ ਵੀ ਹਾਂ ਮੇਰੇ ਬੱਚੇ ਉੱਥੇ ਹੈ, ਮੇਰੀ ਫੈਮਿਲੀ ਉੱਥੇ, ਮਿਲਣਾ ਮੈਂ ਉਹਨਾਂ ਨੂੰ, ਤਾਂ ਈਜ਼ੀਲੀ ਉਹ ਮਤਲਬ ਬਾਣੀ ਭਾਈ ਗੁਰਦਾਸ ਸੇਜ, ਗੁਰਮੁਖ ਪਰਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ। ਅਤੇ ਗੁਰਮੁਖ ਜਿਹੜਾ ਚੱਲਿਆ ਜਨਮ ਸਵਾਰ, ਜਾਂ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਉਹ ਈਜ਼ੀਲੀ ਆਰਾਮ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਸੰਸਾਰ ਵਿੱਚ ਜੀਂਦਾ ਹੈ, ਜਾਂਦਾ ਵੀ ਇਵੇਂ ਹੀ ਹੈ, ਬਸ ਰੱਬ ਦੇ ਵਿੱਚ ਜਾ ਕੇ ਸਮਾਜ ਮਰਜ਼ ਹੋ ਜਾਂਦਾ ਹੈ। ਇਸ ਸੁਖਮਨੀ ਸਾਹਿਬ ਦੀ ਬਖਸ਼ਿਸ਼ਾਂ ਕੀ ਨੇ? ਗੁਰੂ ਇਸ ਸੁਖਮਨੀ ਸਾਹਿਬ ਦੀਆਂ ਜਿਹੜੀਆਂ ਰਹਿਮਤਾਂ ਹਨ, ਬਲੈਸਿੰਗਸ ਹਨ, ਜਾਂ ਇਹਦੀਆਂ ਮਿਹਰਾਂ ਕੀ ਹਨ ਸਾਡੇ ਵਾਸਤੇ, ਉਹ ਸਾਰੀਆਂ ਇਸ ਸਟੈਂਜਾ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੁਖਮਨੀ ਸਾਹਿਬ ਵਿੱਚ ਕੀ ਕੁਛ ਹੈ। If you read Sukhmani Sahib, if you understand Sukhmani Sahib, if you listen Sukhmani Sahib, if you try to imbibe Sukhmani Sahib's message in your life, what will you gain? ਉਹ ਸਾਰਾ ਦੱਸਿਆ ਹੈ। ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਖੇਮ ਸ਼ਾਂਤ ਰਿੱਧ ਨਵ ਨਿੱਧ। ਖੇਮ ਗੁਰਬਾਣੀ ਦਾ ਆਪਣਾ ਸ਼ਬਦ ਹੈ, ਬਹੁਤ ਬਿਊਟੀਫੁਲ ਸ਼ਬਦ ਹੈ ਖੇਮ। ਅੰਗਰੇਜ਼ੀ ਵਿੱਚ ਇਸ ਨੂੰ ਟਰਾਂਸਲੇਟ ਕੀਤਾ ਹੈਪੀਨੈਸ, ਪਰ ਇਸ ਦਾ ਮੀਨਿੰਗ ਹੈਪੀਨੈਸ ਤੋਂ ਉੱਪਰ ਹੈ। ਖੇਮ ਇਜ਼ ਖੇਮ, ਉਹ ਆਨੰਦ, ਉਹ ਬਖਸ਼ਿਸ਼ ਜਿਸ ਨੂੰ ਕੈਨੋਟ ਬੀ ਟਰਾਂਸਲੇਟਡ, ਕੈਨੋਟ ਬੀ ਐਕਸਪਲੇਨ। ਬਲਿਸ ਵੀ ਅਸੀਂ ਕਹਿੰਦੇ ਹਾਂ, ਪਰ ਜਿਹੜੀ ਗੁਰਬਾਣੀ ਦੀ ਆਪਣੀ ਡਿਕਸ਼ਨਰੀ ਹੈ, ਸਮਟਾਈਮ ਇਹਦੇ ਅੰਗਰੇਜ਼ੀ ਵਿੱਚ ਜਾਂ ਉਹਦੇ ਕੋਈ ਅਲਟਰਨੇਟਿਵ ਸ਼ਬਦ ਨਹੀਂ ਲੱਭੇ ਜਾ ਸਕਦੇ। ਖੇਮ ਇਜ਼ ਖੇਮ, ਜਿਵੇਂ ਆਨੰਦ ਇਜ਼ ਆਨੰਦ, ਦੇਰ ਇਜ਼ ਨੋ ਉਹਦਾ ਕੋਈ ਸਿਮੀਲਰ ਵਰਡ ਜਾਂ ਸਿਨੋਨਿਮ ਨਹੀਂ ਹੋ ਸਕਦਾ। ਆਨੰਦ ਤੇ ਆਨੰਦ ਹੀ ਹੈ। ਜਿਵੇਂ ਹੁਕਮ ਸ਼ਬਦ ਹੈ, ਬ੍ਰਿਟਾਨੀਕਾ ਡਿਕਸ਼ਨਰੀ ਨੇ ਇਹਦਾ ਹੁਕਮ ਦਾ ਪਹਿਲਾਂ ਉਹਨਾਂ ਨੇ ਕੀਤਾ ਸੀ ਆਰਡਰ, ਫਿਰ ਉਹਨਾਂ ਨੇ ਕਿਹਾ ਵੀ ਆਰਡਰ ਨਹੀਂ ਮੀਨਿੰਗ ਹੁਕਮ ਦਾ, ਫਿਰ ਉਹਨਾਂ ਨੇ ਕੀਤਾ ਕਮਾਂਡ, ਕਮਾਂਡਮੈਂਟ, ਫਿਰ ਉਹਨੇ ਕਿਹਾ ਨਹੀਂ ਕਮਾਂਡਮੈਂਟ ਵੀ ਸੂਟ ਨਹੀਂ ਕਰਦਾ, ਫਿਰ ਇੱਕ ਸ਼ਬਦ ਹੋਰ ਲੱਭਿਆ, ਫਿਰ ਉਹਨਾਂ ਨੇ ਕਿਹਾ ਇਹ ਵੀ ਸੂਟ ਨਹੀਂ ਕਰਦਾ, ਉਹਨਾਂ ਨੇ ਕਿਹਾ ਹੁਕਮ ਇਜ਼ ਹੁਕਮ, ਹੁਕਮ ਦਾ ਮੀਨਿੰਗ ਇਜ਼ ਹੁਕਮ। ਠੀਕ ਹੈ ਨਾ, ਜਿਵੇਂ ਜਲੇਬੀ ਇਜ਼ ਜਲੇਬੀ, ਲੱਡੂ ਇਜ਼ ਲੱਡੂ। ਅੰਗਰੇਜ਼ੀ 'ਚ ਲੱਡੂ ਨੂੰ ਕੀ ਕਹਿੰਦੇ ਆ? ਸਵੀਟਸ ਕਹਿ ਲਓ, ਪਰ ਲੱਡੂ ਦਾ ਕੋਈ ਮੀਨਿੰਗ ਹੈ ਉਹਦੇ ਵਿੱਚ ਕੀ ਲੱਡੂ ਕੀ ਹੈ ਜੀ? ਠੀਕ ਹੈ। ਸੋ ਇਹ ਕੁਛ ਬਾਣੀ ਦੇ ਅਰਥ ਆਪਣੇ ਆਪ 'ਚ ਹੀ ਤੁਸੀਂ ਸਮਝਣੇ ਹੋਣਗੇ, ਇਹਨਾਂ ਦੀ ਡਿਕਸ਼ਨਰੀ ਦੀ ਵੀ ਲੋੜ ਨਹੀਂ ਹੈ। ਹੁਣ ਜਿਵੇਂ ਵਾਹਿਗੁਰੂ ਸ਼ਬਦ ਹੈ, ਹੁਣ ਇਹਦੇ ਅਸੀਂ ਮੀਨਿੰਗ ਤਾਂ ਬਹੁਤ ਕਰ ਸਕਦੇ ਹਾਂ, ਪਰ ਵਾਹਿਗੁਰੂ ਇਜ਼ ਵਾਹਿਗੁਰੂ, ਵਾਹਿਗੁਰੂ ਇਜ਼ ਵਾਹਿਗੁਰੂ। ਹਰਿਮੰਦਰ ਸਾਹਿਬ ਇਜ਼ ਹਰਿਮੰਦਰ ਸਾਹਿਬ,
ਜਦੋਂ ਦੀ ਅਸੀਂ ਇੰਟਰਪ੍ਰੀਟੇਸ਼ਨ ਜਾਂ ਉਹਦੀ ਟਰਾਂਸਲੇਸ਼ਨ ਕਰਦੇ ਹਾਂ ਬਹੁਤ ਰੋਂਗ ਕਰਦੇ ਹਾਂ। ਜਿਵੇਂ ਅੰਗਰੇਜ਼ਾਂ ਨੇ ਕੀਤੀ, ਸਿੱਖਾਂ ਨੇ ਕੀਤੀ। ਹਰਿਮੰਦਰ ਸਾਹਿਬ ਨੂੰ ਅਸੀਂ ਕੀ ਬਣਾਤਾ? ਗੋਲਡਨ ਟੈਂਪਲ। ਤਾਂ ਬਹੁਤ ਛੋਟੀ ਚੀਜ਼ ਬਣ ਗਿਆ। ਗੋਲਡਨ ਟੈਂਪਲ ਤਾਂ ਕੋਈ ਵੀ ਬਣਾ ਸਕਦਾ, ਕਿਤੇ ਵੀ ਬਣਾਇਆ ਜਾ ਸਕਦਾ। ਗੋਲਡ ਦਾ ਟੈਂਪਲ, ਗੋਲਡਨ ਮੀਨਸ ਗੋਲਡ, ਸੋਨੇ ਦਾ ਮੰਦਰ ਕਿਤੇ ਵੀ ਬਣ ਸਕਦਾ, ਜਿਹਦੇ ਕੋਲ ਪੈਸਾ ਬਣਾ ਲੂਗਾ। ਪਰ ਉਹ ਹਰਿਮੰਦਰ ਹੈ, ਉਹ ਗੁਰੂ ਅਰਜਨ ਸਾਹਿਬ ਹੀ ਬਣਾ ਕੇ ਕੋਈ ਨਹੀਂ ਬਣਾ ਸਕਦਾ। ਉਹ ਜੋ ਗੁਰੂ ਬਣਾ ਗਿਆ, ਗੁਰੂ ਨੇ ਹੀ ਬਣਾਇਆ, ਹੋਰ ਕੋਈ ਨਹੀਂ ਉਹਦੀ ਨਕਲ ਕਰ ਸਕਦਾ। ਪਰ ਗੋਲਡਨ ਟੈਂਪਲ ਤਾਂ ਬਣ ਸਕਦੇ ਨੇ, ਹਰਿਮੰਦਰ ਸਾਹਿਬ ਨਹੀਂ ਬਣ ਸਕਦੇ। ਇਸ ਕਰਕੇ ਜਿਹੜਾ ਪ੍ਰੋਪਰ ਨੇਮ ਹੈ ਉਹੀ ਇਹ ਸਾਨੂੰ ਲੈਣਾ ਚਾਹੀਦਾ। ਪਰ ਅਸੀਂ ਲੋਕਾਂ ਨੂੰ ਵੀ ਦੱਸਿਆ ਗੋਲਡਨ ਟੈਂਪਲ, ਗੋਲਡਨ ਟੈਂਪਲ, ਹੈ ਨਾ। ਐਨੀਵੇ ਸਾਡੀਆਂ ਗਲਤੀਆਂ ਹੋ ਜਾਂਦੀਆਂ ਕਦੇ ਕਦੇ। ਖੇਮ ਸ਼ਾਂਤ ਰਿੱਧ ਨਵ ਨਿੱਧ। ਬਾਣੀ ਤੋਂ ਕੀ ਮਿਲਦਾ ਹੈ? ਖੇਮ ਹੈਪੀਨੈਸ, ਸ਼ਾਂਤੀ, ਪੀਸ ਆਫ ਮਾਈਂਡ, ਰਿੱਧੀ ਪ੍ਰੋਸਪੈਰਿਟੀ, ਨਵਨਿਧੀ and the 9 treasures means all comforts of the world। ਸੁਖਮਨੀ ਤੋਂ, ਬਾਣੀ ਤੋਂ ਇਹ ਸਾਰਾ ਕੁਝ ਮਿਲ ਜਾਂਦਾ। ਕੋਈ ਚੀਜ਼ ਨਹੀਂ ਜਿਹੜੀ ਨਾ ਤੁਹਾਨੂੰ ਮਿਲੇ। ਵਰਲਡਲੀ ਥਿੰਗਸ ਵੀ ਮਿਲ ਜਾਂਦੀਆਂ ਨੇ। ਇਹ ਵੀ ਗੱਲ ਨਹੀਂ ਕਿ ਤੁਸੀਂ ਕਹੋ ਜੀ ਸਾਨੂੰ ਤੇ ਗੁਰੂ ਬਾਣੀ ਪੜ੍ਹਾਂਗੇ ਅਸੀਂ ਤੇ ਗਰੀਬ ਜਿਹੇ ਹੋ ਜਾਵਾਂਗੇ, ਰੋਟੀ ਖਾਣ ਨੂੰ ਨਹੀਂ ਮਿਲੇਗੀ, ਟੁੱਟਿਆ ਜਿਹਾ ਘਰ ਹੋਏਗਾ। ਨਹੀਂ, ਗੁਰੂ ਸਾਹਿਬ ਬੜੀਆਂ ਬਖਸ਼ਿਸ਼ਾਂ ਕਰਦੇ ਨੇ। ਜੋ ਤੁਸੀਂ ਸੋਚਿਆ ਸੀ ਨਾ ਉਸ ਤੋਂ ਐਕਸਟਰਾ ਵੀ ਦੇਣਗੇ ਤੁਹਾਨੂੰ, ਬੋਨਸ ਵੀ ਦਿੰਦੇ ਆ ਗੁਰੂ ਸਾਹਿਬ। ਇਹ ਗੱਲ ਨਹੀਂ ਹੈਗੀ ਕਿ ਨਹੀਂ ਮਿਲਦਾ, ਸਭ ਕੁਛ ਮਿਲਦਾ ਹੈ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਸਾਚੇ ਸਾਹਿਬਾ ਕੀ ਨਹੀਂ ਤੇਰੇ ਘਰ 'ਚ, ਕੀ ਨਹੀਂ ਤੇਰੇ ਕੋਲੋਂ ਮਿਲ ਸਕਦਾ। ਅਸੀਂ ਲੈਂਦੇ ਨਹੀਂ ਨਾ, ਅਸੀਂ ਐਲੀਜੀਬਲ ਨਹੀਂ ਬਣਾਉਂਦੇ ਆਪਣੇ ਆਪ ਨੂੰ। ਬੁੱਧ ਗਿਆਨ ਸਰਬ ਤਹਿ ਸਿੱਧ। ਬੁੱਧੀ, ਇੰਟੈਲੀਜੈਂਸ, ਗਿਆਨ, ਨੌਲੇਜ ਐਂਡ ਆਲ ਸਪਿਰਿਚੁਅਲ ਪਾਵਰਸ ਆਰ ਦੇਅਰ। ਸਿੱਧੀਆਂ, ਸਾਰੀਆਂ ਪਾਵਰਸ, ਸ਼ਕਤੀਆਂ, ਮਿਰੇਕਲ, ਸਾਰਾ ਕੁਝ ਮਿਲ ਜਾਂਦਾ ਬਾਣੀ ਦੇ ਨਾਲ ਕਨੈਕਸ਼ਨ ਬਣਾ ਕੇ। ਹੋਰ ਕੀ ਕੀ ਮਿਲਦਾ? ਵਿਦਿਆ, ਤਪ, ਯੋਗ, ਪ੍ਰਭ ਧਿਆਨ, fruits of education, penances, yoga and meditation of God। ਕਈ ਲੋਕੀ ਤਪੱਸਿਆ ਕਰਦੇ, ਪੈਨਸਿਸ ਕਰਦੇ ਆ, ਜੰਗਲਾਂ ਵਿੱਚ ਜਾ ਕੇ ਬੜੀ ਭਗਤੀ ਕਰਦੇ, ਪੁੱਠੇ ਆਪਣੇ ਆਪ ਨੂੰ ਟੰਗ ਕੇ। ਗੁਰੂ ਸਾਹਿਬ ਕਹਿੰਦੇ ਆ ਸੁਖਮਨੀ ਪੜ੍ਹ ਲੈ, ਇਹਦਾ ਮਤਲਬ ਹੈ ਤੂੰ ਉਸ ਤੋਂ ਵੀ ਜ਼ਿਆਦਾ ਤੇਰੇ ਕੋਲ ਪਾਵਰ ਹੈ। ਕੋਈ ਪੁੱਠਾ ਟੰਗਿਆ ਨਾ ਜਿਹਨੇ ਆਪਣੇ ਆਪ ਨੂੰ, ਬਹੁਤ ਪੈਨਸਿਸ ਕਰ ਰਿਹਾ, ਉਸ ਤੋਂ ਵੀ ਜ਼ਿਆਦਾ ਪਾਵਰ ਬਾਣੀ ਵਿੱਚ ਹੈ। ਇਟ ਮੀਨਸ ਸਿੱਖ ਨੂੰ ਪੁੱਠੇ ਟੰਗਣ ਦੀ ਲੋੜ ਨਹੀਂ, ਆਪਣੇ ਆਪ ਨੂੰ ਬਹੁਤੇ ਪੁੱਠੇ ਸਿੱਧੇ ਯੋਗ ਵੀ ਕਰਨ ਦੀ ਲੋੜ ਨਹੀਂ। ਸਿੰਪਲ ਲਾਈਫ, ਸਿੱਧੀ ਸਾਦੀ ਸਿੰਪਲਸਿਟੀ ਜਿਹੜੀ ਹੈ ਲਾਈਫ ਵਿੱਚ ਲੈ ਕੇ ਆਓ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਬਾਣੀ ਨਾਲ ਜੁੜੋਗੇ ਨਾ, ਇੱਕ ਨੌਲੇਜ ਜਿਹੜੀ ਹੈ, ਕਿਤੇ ਕਿਤਾਬਾਂ ਪੜ੍ਹ ਕੇ ਨੌਲੇਜ ਮਿਲਦੀ ਹੈ, ਇੱਕ ਸੁਪਰੀਮ ਨੌਲੇਜ ਹੈ ਜਿਸ ਨੂੰ ਗੁਰੂ ਨੇ ਟਰੂ ਗਿਆਨ ਆਖਿਆ ਹੈ। ਸਪਿਰਿਚੁਅਲ ਗਿਆਨ ਮਿਲੇਗਾ, ਇਨਫੋਰਮੇਸ਼ਨ ਨਹੀਂ ਮਿਲੇਗੀ। ਅੱਜ ਪ੍ਰੋਬਲਮ ਇਹ ਹੈ ਵੀ ਸਾਡੇ ਕੋਲ ਇਨਫੋਰਮੇਸ਼ਨ ਬਹੁਤ ਹੈ। ਇਨਫੋਰਮੇਸ਼ਨ ਤਾਂ ਕੰਪਿਊਟਰ 'ਚ ਪਈ ਹੈ, ਬਹੁਤ ਗੂਗਲ 'ਤੇ ਪਈ ਹੈ, ਵਿਕੀਪੀਡੀਆ ਕੋਲ ਪਈ ਹੈ, ਫਿਰ ਤਾਂ ਉਹ ਵੀ ਬਹੁਤ ਮਹਾਨ ਹੈ। ਅਤੇ ਗੁਰੂ ਸਾਹਿਬ ਇਹ ਇਨਫੋਰਮੇਸ਼ਨ ਇਕੱਠੀ ਕਰਨ ਦੀ ਗੱਲ ਨਹੀਂ ਕਰ ਰਹੇ। ਇੱਥੇ ਕੁਛ ਡਿਵਾਈਨ ਵੈਲਿਊਜ਼ ਨੇ, ਡਿਵਾਈਨ ਪ੍ਰੋਪਰਟੀ ਹੈ, ਡਿਵਾਈਨ ਵੈਲਥ ਹੈ ਜਿਹਨੂੰ ਐਕਿਊਮੂਲੇਟ ਕਰਨਾ ਸਿੱਖਣਾ। ਗਿਆਨ ਇਕੱਠਾ ਕਰਨਾ ਵੱਡੀ ਚੀਜ਼ ਨਹੀਂ ਹੈ। ਕੋਈ ਵੀ ਗਿਆਨ ਪ੍ਰਾਪਤ ਕਰ ਸਕਦਾ ਕਿਤਾਬਾਂ ਪੜ੍ਹ ਕੇ, ਪਰ ਗਿਆਨ ਨੂੰ ਆਪਣੀ ਬਾਡੀ ਵਿੱਚ, ਆਪਣੇ ਮਾਈਂਡ ਵਿੱਚ ਇੰਸਟਾਲ ਕਰਨਾ ਇਜ਼ ਡਿਫਰੈਂਟ ਥਿੰਗ। ਇੰਸਟਾਲ ਵੀ ਕਰਨਾ, ਨਾਲ ਨਾਲ ਲੈ ਕੇ ਵੀ ਆਉਣਾ। ਇਹ ਬਾਣੀ ਨਾਲ ਮਿਲਣਾ ਹੈ। ਸ੍ਰੇਸ਼ਟ ਗਿਆਨ ਮਿਲ ਜਾਣਾ। ਉੱਤਮ ਇਸ਼ਨਾਨ ਐਂਡ ਸਬਲਾਈਮ ਵੇਦ। 4 ਪਦਾਰਥ ਕਮਲ ਪ੍ਰਗਾਸ। ਬਾਣੀ ਦਾ ਫੈਕਟ ਕੀ ਹੈ? 4 ਪਦਾਰਥ। ਸਾਡੇ ਇੰਡੀਅਨ ਜਿਹੜੀ ਫਿਲਾਸਫੀ ਹੈ, ਇੰਡੀਅਨ ਥਿੰਕਿੰਗ ਦੇ ਅਕੋਰਡਿੰਗ 4 ਚੀਜ਼ਾਂ ਬੜੀਆਂ ਮਹਾਨ ਮੰਨੀਆਂ ਗਈਆਂ। ਰਿਲੀਜਨ, ਵੈਲਥ, ਡਿਜ਼ਾਇਰਸ ਦੀ ਪੂਰਤੀ ਐਂਡ ਸਾਲਵੇਸ਼ਨ। ਧਰਮ, ਅਰਥ, ਕਾਮ, ਮੋਕਸ਼। ਪੰਜਾਬੀ ਵਿੱਚ ਕਹਿੰਦੇ ਨੇ ਧਰਮ, ਅਰਥ ਐਂਡ ਕਾਮ, ਮੋਕਸ਼। ਗੁਰੂ ਸਾਹਿਬ ਕਹਿੰਦੇ ਨੇ ਇਹ ਵੀ ਮਿਲ ਜਾਣਗੀਆਂ, ਚਿੰਤਾ ਨਾ ਕਰ। ਕਮਲ ਪ੍ਰਗਾਸ, ਦ ਓਪਨਿੰਗ ਆਫ ਦ ਲਾਰਡਸ ਦਾ ਹਾਰਟ। ਜਿਹੜਾ ਸਾਡਾ ਮਾਈਂਡ ਬੰਦ ਹੋਇਆ ਨਾ, ਇਸ ਤਰ੍ਹਾਂ ਵਾਇਸਸ ਵਿੱਚ ਖੁੱਭਿਆ ਹੋਇਆ ਬਹੁਤ ਬੁਰੀ ਤਰ੍ਹਾਂ, ਗੁਰੂ ਸਾਹਿਬ ਇਸ ਨੂੰ ਸਿੱਧਾ ਕਰ ਦੇਣਗੇ। ਇੱਕ ਕਮਲ ਦਾ ਫੁੱਲ ਹੈ, ਲੋਟਸ ਫਲਾਵਰ ਦੇਖਿਆ ਨਾ, ਇਹ ਪੰਜਾਬ ਵਿੱਚ, ਇੰਡੀਆ ਵਿੱਚ ਵੀ ਬਹੁਤ ਹੈਗਾ। ਇਹ ਚਿੱਕੜ ਵਿੱਚ, ਮੱਡ ਵਿੱਚ ਪੈਦਾ ਹੁੰਦਾ ਹੈ।
ਲੋਟਸ ਦਾ ਫਲਾਰ, ਉਹ ਮੁੱਦਾ ਹੋਵੇ ਚਿੱਕੜ ਵਿੱਚ ਡਿੱਗਿਆ ਹੋਇਆ, ਉਹਨੂੰ ਸਿੱਧਾ ਕਰਦੇ ਹੋ ਨਾ, ਉਹ ਚਿੱਕੜ ਤੋਂ ਉੱਪਰ ਹੋ ਜਾਂਦਾ, ਚਿੱਕੜ ਤੋਂ ਮਰਡ ਤੋਂ ਡਿਟੈਚ ਹੋ ਜਾਂਦਾ, ਉਹਦੀ ਕਨੈਕਟੀਵਿਟੀ ਸਿੱਧੀ ਸਨ ਦੇ ਨਾਲ ਹੋ ਜਾਂਦੀ ਹੈ, ਸੂਰਜ ਦੇ ਨਾਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਜਦੋਂ ਸਾਡਾ ਮਾਈਂਡ ਜਿਹੜਾ ਲਾਈਕ ਏ ਲੋਟਸ ਫਲਾਰ ਹੈ, ਇਹ ਮੁੱਦਾ ਪਿਆ ਗੰਦ ਵਿੱਚ, ਡਰਟਨੈਸ ਵਿੱਚ, ਫਿਲਥ ਵਿੱਚ, ਵਾਇਸਸ ਵਿੱਚ, ਗੁਰੂ ਸਾਹਿਬ ਇਹਨੂੰ ਕੱਢ ਕੇ ਸਿੱਧਾ ਕਰ ਦਿੰਦੇ ਆ, ਤਾਂ ਮਾਈਂਡ ਦੀ ਡਾਇਰੈਕਸ਼ਨ ਅਕਾਲ ਪੁਰਖ ਵੱਲ ਹੋ ਜਾਂਦੀ ਹੈ, ਰੱਬ ਵੱਲ ਹੋ ਜਾਂਦੀ ਹੈ, ਬਖਸ਼ਾਂ ਮਿਲਦੀਆਂ, ਆਨੰਦ ਮਿਲਦਾ ਹੈ। ਇਹ ਪੁੱਠਾ ਮਨ, ਮੁੱਦਾ ਮਨ, ਇਹ ਗੰਦਗੀ ਨਾਲ ਭਰਿਆ ਹੋਇਆ ਮਾਈਂਡ ਖੁੱਲ੍ਹ ਗਿਆ, ਹੁਣ ਗੰਦ ਬਾਹਰ ਨਿਕਲ ਗਿਆ, ਇਹ ਖਿੜ ਗਿਆ। ਜਦੋਂ ਕੋਈ ਫਲਾਰ ਤੁਸੀਂ ਵੇਖਦੇ ਹੋ ਖਿੜਿਆ ਹੋਇਆ, ਕੋਈ ਵੀ ਫੁੱਲ ਵੇਖਦੇ ਹੋ, ਤੁਹਾਨੂੰ ਖੁਸ਼ੀ ਮਿਲਦੀ ਹੈ ਨਾ, ਬਹੁਤ ਖੁਸ਼ੀ ਮਿਲਦੀ ਹੈ ਵੀ ਆਹ, ਕਿਉਂਕਿ ਖਿੜਿਆ ਜਿਹੜਾ ਫੁੱਲ ਹੈ ਨਾ, ਉਹ ਹੱਸ ਰਿਹਾ, ਹੱਸਦਾ ਪਿਆ, ਬੰਦ ਤੋਂ ਖੁੱਲ੍ਹ ਗਿਆ। ਇਸ ਤਰ੍ਹਾਂ ਹੀ ਕਮਲ ਦਾ ਪ੍ਰਗਾਸ ਹੋ ਗਿਆ, ਆਨੰਦ ਮਿਲ ਗਿਆ। ਸਭ ਕੈ ਮਦ ਸਗਲ ਤੇ ਉਦਾਸ, ਗੁਰੂ ਸਾਹਿਬ ਕਹਿੰਦੇ ਲਿਵਿੰਗ ਇਨ ਦਾ ਮਿਡਸਟ ਆਫ ਆਲ ਐਂਡ ਯੈਟ ਬੀਇੰਗ ਡਿਟੈਚਡ ਫਰੋਮ ਆਲ। ਰਹਿਣਾ ਦੁਨੀਆ ਵਿੱਚ ਹੀ ਹੈ, ਛੱਡ ਕੇ ਨਹੀਂ ਜਾਣਾ। ਕਈ ਵਾਰੀ ਸੋਚਦੇ ਹਾਂ ਜੀ ਬ੍ਰਹਮ ਗਿਆਨੀ ਬਣਾਂਗੇ, ਸ਼ਾਇਦ ਜੇ ਸੱਚੇ ਸਿੱਖ ਬਣ ਗਏ ਤਾਂ ਬੱਚੇ ਨਹੀਂ ਪਾਲ ਸਕਣੇ, ਫੈਮਿਲੀ ਛੱਡਣੀ ਪੈਣੀ ਹੈ, ਫਿਰ ਪਿਕਨਿਕ ਨਹੀਂ ਜਾ ਆਉਣਾ, ਸ਼ਾਇਦ ਫਿਰ ਅਸੀਂ ਬੀਚ 'ਤੇ ਸੈਰ ਨਹੀਂ ਕਰ ਸਕਦੇ, ਵੋਕ ਨਹੀਂ ਕਰ ਸਕਦੇ। ਗੁਰੂ ਸਾਹਿਬ ਕਹਿੰਦੇ ਤੂੰ ਵੋਕ ਕਰੇਗਾ, ਪਿਕਨਿਕ ਮਨਾਏਗਾ, ਪਰ ਕੁਝ ਹੋਰ ਹੀ ਮਜ਼ੇ ਨਾਲ ਮਨਾਏਗਾ। ਤੈਨੂੰ ਮਜ਼ਾ ਨਹੀਂ ਆਇਆ ਜੇ, ਜਦੋਂ ਨਾਮ ਦਾ ਆਨੰਦ ਆ ਗਿਆ ਨਾ, ਬਾਣੀ ਦਾ ਮਜ਼ਾ ਆ ਗਿਆ ਨਾ, ਫਿਰ ਕਹੇਗਾ ਯਾਰ ਮੈਂ ਤਾਂ ਐਵੇਂ ਝੂਠੇ ਜੇ, ਫੇਕ ਜੇ ਜਿਹੜੇ ਡਰੱਗ ਸੀ ਲੈਂਦਾ ਰਿਹਾ, ਅਸਲੀ ਨਸ਼ਾ ਤਾਂ ਆ ਪਿਆ ਸੀ। ਅਜੇ ਆਪਾਂ ਉੱਧਰ ਨੂੰ ਤੁਰੇ ਨਹੀਂ ਹਾਂ, ਉਹ ਰਸਤੇ 'ਤੇ ਅਸੀਂ ਗਏ ਨਹੀਂ ਹੈ। ਜਦੋਂ ਚਲੇ ਗਏ ਨਾ, ਫਿਰ ਤੇ ਜਿਵੇਂ ਅਮਲੀ ਲੋਕ ਨੇ ਨਾ, ਅਮਲੀ ਜਿਹੜੇ ਨਸ਼ਾ ਕਰਦੇ ਆ, ਉਹਨਾਂ ਨੂੰ ਜੇ ਨਸ਼ਾ ਨਾ ਮਿਲੇ ਤਾਂ ਉਹ ਮਰ ਜਾਂਦੇ ਆ, ਘਬਰਾ ਜਾਂਦੇ ਆ, ਬਲੱਡ ਪ੍ਰੈਸ਼ਰ ਡਾਊਨ ਹੋ ਜਾਂਦਾ ਉਹਨਾਂ ਦਾ। ਇਸ ਤਰ੍ਹਾਂ ਹੀ ਗੁਰਸਿੱਖ ਨਾਮ ਤੋਂ ਟੁੱਟ ਕੇ ਮਰ ਜਾਂਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਵਿਸਰ ਮੀਨਸ ਜਦੋਂ ਭੁੱਲ ਜਾਏ, ਫੋਰਗੈਟਿੰਗ ਵਾਹਿਗੁਰੂ, ਆਈ ਡਾਈ, ਮਰ ਜਾਨਾ। ਵੈਨ ਆਈ ਸਿੰਗ ਹਿਜ਼ ਨੇਮ ਆਈ ਲਿਵ, ਮੈਂ ਜਿੰਦਾ ਹਾਂ। ਸੋ ਗੁਰੂ ਸਾਹਿਬ ਕਹਿ ਰਹੇ ਹਨ ਦੁਨੀਆ ਵਿੱਚ ਰਹਿ ਕੇ ਹੀ, ਸੰਸਾਰ ਵਿੱਚ ਰਹਿ ਕੇ ਹੀ ਰੱਬ ਨਾਲ ਕਨੈਕਸ਼ਨ ਬਣਾਉਣਾ ਹੈ। ਸੁੰਦਰ ਚਤੁਰ ਤਤ ਕਾ ਬੇਤਾ, being beautiful, intelligent and the knower of the ultimate reality, ਬੜਾ ਸੁੰਦਰ ਬਣ ਗਿਆ, ਰੱਬ ਨਾਲ ਜੁੜਿਆ। ਜਿੰਨਾ ਇਨਸਾਨ ਸੁੰਦਰ ਹੈ ਨਾ, ਕੋਈ ਹੋਰ ਸੁੰਦਰ ਹੀ ਨਹੀਂ ਹੈ। ਅਸੀਂ ਤਾਂ ਐਵੇਂ ਵੇਖਦੇ ਹਾਂ ਨਾ, ਕਿਸੇ ਨੇ ਐਵੇਂ ਆਰਟੀਫਿਸ਼ੀਅਲ ਜੀ ਜਿਹੜੀ ਪੇਂਟਿੰਗ ਕੀਤੀ ਹੋਈ ਹੈ, ਬਰਸ਼ ਦੇ ਨਾਲ ਬੁੱਲਾਂ 'ਤੇ, ਗੱਲਾਂ 'ਤੇ, ਮੂੰਹ 'ਤੇ, ਨੱਕ 'ਤੇ, ਐਵੇਂ ਰੰਗ ਰੋਗਨ ਲਾਇਆ ਬੰਦਿਆਂ ਨੇ। ਜਿਵੇਂ ਵਾਲ ਨੂੰ ਤੁਸੀਂ ਵਾਈਟ ਵਾਸ਼ ਕਰਦੇ ਹੋ ਨਾ, ਪੇਂਟ ਕਰਦੇ ਹੋ, ਅਸੀਂ ਵੀ ਪੇਂਟ ਕੀਤਾ। ਫਿਰ ਕਹਿੰਦੇ ਭੈਣ ਜੀ ਬੜੇ ਸੋਹਣੇ ਲੱਗਦੇ ਜੀ ਤੁਸੀਂ। ਅਸੀਂ ਵੀ ਬੜੇ ਅਟਰੈਕਟ ਹੁੰਦੇ ਹਾਂ ਵੀ ਆਹ ਕਿੰਨੀ ਸੋਹਣੀ, ਕਿੰਨਾ ਸੋਹਣਾ। ਅਤੇ ਗੁਰੂ ਮਹਾਰਾਜ ਕਹਿੰਦੇ ਇਹ ਸਭ ਫੇਕ ਬਿਊਟੀ ਹੈ, ਇਹ ਸਭ ਐਵੇਂ ਝੂਠੀ ਜੀ, ਫਾਲਸ ਜੀ ਬਿਊਟੀ ਹੈ, ਇਹਦੇ ਪਿੱਛੇ ਨਾ ਜਾ। ਬਿਊਟੀ ਲੈਣੀ ਹੈ ਨਾਮ ਦੀ ਲੈ। ਐਕਚੁਅਲੀ ਅਕੋਰਡਿੰਗ ਟੂ ਬਾਣੀ, ਹੂ ਇਜ਼ ਮੋਸਟ ਬਿਊਟੀਫੁਲ ਐਂਡ ਹੂ ਇਜ਼ ਅਗਲੀ। ਬਾਣੀ ਕਹਿੰਦੀ ਹੈ ਸੁੰਦਰ ਕੌਣ ਹੈ? ਜਿਸਨੇ ਆਪਣੇ ਮਾਈਂਡ ਨੂੰ ਬਿਊਟੀਫਾਈ ਕੀਤਾ, ਸੁੰਦਰ ਬਣਾਇਆ, ਰੰਗਿਆ ਨਾਮ ਦੇ ਵਿੱਚ ਹੀ ਸੁੰਦਰ। ਜਿਹੜਾ ਗੁਰੂ ਕੀ ਸੰਗਤ ਵਿੱਚ ਬੈਠਾ, ਦੈਟ ਇਜ਼ ਸੁੰਦਰ। ਸੇਈ ਸੁੰਦਰ ਸੋਹਣੇ, ਗੁਰਬਾਣੀ ਸੇਜ਼, ਸੇਈ ਸੁੰਦਰ ਸੋਹਣੇ। ਸੁੰਦਰ ਬਹੁਤ ਸੋਹਣੇ, ਬਹੁਤ ਹੀ ਪਿਆਰੇ, ਵੈਰੀ ਪ੍ਰੈਟੀ, ਲਵਲੀ, ਬਿਊਟੀਫੁਲ। ਕੌਣ ਜੀ? ਸੇਈ ਸੁੰਦਰ ਸੋਹਣੇ। ਸਾਧ ਸੰਗਤ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠਦੇ ਹਨ, ਸੁਣਦੇ ਹਨ ਗੁਰੂ ਦੀ ਬਾਣੀ, ਬਹੁਤ ਸੋਹਣੇ ਹਨ, ਬਹੁਤ ਸੋਹਣੇ ਹਨ। ਗੰਦੇ ਕੌਣ ਨੇ? ਜਿਹੜੇ ਗੁਰੂ ਕੋਲ ਨਹੀਂ ਜਾਂਦੇ, ਨਾਮ ਤੋਂ ਟੁੱਟੇ ਹੋਏ ਹਨ। ਸੋਹਣੇ ਲੱਗਦੇ ਨੇ ਬਾਹਰੋਂ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਇੰਨਾ ਸਮਝੋ ਵੀ ਇਹ ਸੋਹਣੇ ਨੇ, ਇਹ ਬੰਦੇ ਨੇ, ਇਹਨਾਂ ਨੂੰ ਸਮਝੋ ਡੈਡ ਬੋਡੀਜ਼ ਨੇ, ਕਾਰਪਸਸ ਨੇ, ਐਵੇਂ ਫਿਰਦੀਆਂ ਡੈਡ ਬੋਡੀ ਭੂਤਾਂ ਬਣ ਕੇ। ਇਹ ਸਭ ਚੁੜੇਲਾਂ ਨੇ, ਸਭ ਜਿੰਨ ਇਕੱਠੇ ਹੋਏ ਨੇ, ਸਭ ਗੋਸਟ ਨੇ। ਇਹਨੂੰ ਬੰਦੇ ਵੀ ਨਾ ਸਮਝੋ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ। ਮੈਨੂੰ ਕਿਸੇ ਨੇ ਪੁੱਛਿਆ ਜੀ ਡੂ ਵੀ ਬਿਲੀਵ ਇਨ ਗੋਸਟ? ਮੈਂ ਕਿਹਾ ਯੈਸ ਵੀ ਡੂ ਬਿਲੀਵ। ਲਿਵਿੰਗ ਗੋਸਟ,
यू कैन सी मैनी गोस्ट ऑन दिस अर्थ। बड़े भूत ने, चुड़ैलां बड़े बड़े फिरदे आ ते जिउंदे फिरदे आ। देख सकदा है भूतां नूं। कई लोग भूत बने हुंदे रात नूं, देखे होए शराबां पी के की कुछ करदे आ, लड़ाइयां झगड़े बड़ा कुछ करदे। भूतां तो घट ने ਉਹੀ ਤਾਂ ਭੂਤ ਨੇ, ਜਿੰਨ ਨੇ ਵੱਡੇ ਵੱਡੇ। ਸਾਰੀ ਫੈਮਿਲੀ ਜਿੰਨ ਬਣੀ ਹੋਈ ਹੈ। ਸੋ ਇੱਕ ਗੁਰਮੁਖ ਫੈਮਿਲੀ ਹੈ, ਇੱਕ ਮਨਮੁਖ ਫੈਮਿਲੀ ਹੈ। ਅਸੀਂ ਕਿੱਥੇ ਜਾਣਾ ਹੈ, ਇਟ ਡਿਪੈਂਡਸ ਅਪੋਨ ਅਸ। ਗੁਰੂ ਜੀ ਕਹਿੰਦੇ ਨੇ ਸੁੰਦਰ ਚਤੁਰ ਤਤ ਕਾ ਬੇਤਾ ਐਂਡ ਨੋਰ ਆਫ ਦ ਅਲਟੀਮੇਟ ਰਿਐਲਿਟੀ, ਸਮਦਰਸੀ ਏਕ ਦ੍ਰਿਸ਼ਟੇਤਾ, regarding everyone impartially, looking equally upon all and perceives unity in the diversity। ਇੱਕ ਰੱਬ ਨੂੰ ਵੇਖ ਲੈਂਦੇ ਨੇ ਡਾਇਵਰਸਿਟੀ ਦੇ ਵਿੱਚ, ਅਨੇਕਤਾ ਵਿੱਚ ਇੱਕ ਨੂੰ ਵੇਖ ਲੈਂਦੇ ਆ। ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। All these fruits come to one who recites the Guru's divine word from one's mouth and listen to them attentively। ਇਹ ਸਾਰੀਆਂ ਚੀਜ਼ਾਂ ਬਰਕਤਾਂ ਮਿਲ ਜਾਂਦੀਆਂ ਨੇ ਜਿਹੜਾ ਗੁਰੂ ਦੀ ਗੱਲ ਅਟੈਂਟਿਵਲੀ ਸੁਣਦਾ ਹੈ। ਨੈਕਸਟ ਸਟੈਂਜਾ। ਇਹ ਨਿਦਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰਿ ਨਾਮ, ਗੋਬਿੰਦ ਭਗਤ ਕੈ ਮਨ ਬਿਸ਼ਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ। ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਗੁਰੂ ਸਾਹਿਬ ਕਹਿ ਰਹੇ ਨੇ ਇਹ ਜੋ ਸੁਖਮਨੀ ਸਾਹਿਬ ਦੀ ਬਾਣੀ ਹੈ, ਗੁਰੂ ਦੀ ਜਿਹੜੀ ਪਵਿੱਤਰ ਬਾਣੀ ਹੈ, ਗੁਰੂ ਦਾ ਹੋਲੀ ਵਰਡ ਹੈ, ਕੋਈ ਵੀ ਕਿਸੇ ਵੇਲੇ ਵੀ ਜਪੇ ਇਹਨੂੰ, ਕਿਸੇ ਵੀ ਟਾਈਮ ਵਿੱਚ ਜਪੇ। whosoever contemplate on this treasure of the Guru's word in one's mind is greater in all ages, in all times। ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਟਾਈਮ ਇਸ ਨੂੰ ਪੜ੍ਹੋ, ਫਾਇਦਾ ਹੀ ਫਾਇਦਾ, ਬੈਨੀਫਿਟ ਹੀ ਬੈਨੀਫਿਟ ਹੈ। ਠੀਕ ਹੈ ਨਾ। ਇੱਕ ਭੁਲੇਖਾ ਜਿਹੜਾ ਸਾਡੇ ਮਨ 'ਚ ਹੁੰਦਾ ਵੀ ਸਵੇਰੇ ਹੀ ਪਾਠ ਕਰਨਾ ਚਾਹੀਦਾ, ਦੁਪਹਿਰ ਨੂੰ ਨਹੀਂ ਕਰ ਸਕਦੇ, ਇਹ ਰੋਂਗ ਹੈ ਜੀ। ਗੁਰੂ ਸਾਹਿਬ ਕਹਿੰਦੇ ਨਹੀਂ, ਕਦੋਂ ਵੀ ਕਰੋ, ਸਾਰਾ ਦਿਨ। ਰੱਬ ਨੇ 24 ਘੰਟੇ ਬਣਾਏ ਆ, ਜਦੋਂ ਮਰਜ਼ੀ ਉਹਨੂੰ ਯਾਦ ਕਰੋ। ਗੁਰੂ ਤਾਂ ਕਹਿੰਦਾ 24 ਘੰਟੇ ਯਾਦ ਕਰੋ, 24 ਆਵਰਸ ਅ ਡੇ। ਸਾਰਾ ਦਿਨ ਆਪਣੇ ਆਪ ਨੂੰ ਗੁਰੂ ਨਾਲ ਕਨੈਕਸ਼ਨ ਬਣਾ ਕੇ ਰੱਖੋ। ਦੁਨੀਆ ਵੀ ਕੰਮ ਕਰੀ ਜਾਓ, ਮਨ ਨੂੰ ਉਹਦੇ ਨਾਲ ਟਿਊਨ ਕਰਕੇ ਰੱਖੋ। ਬਸ ਟਿਊਨਮੈਂਟ ਦੀ ਲੋੜ ਹੈ। ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਸੋ ਇਹਦਾ ਮਤਲਬ ਅਸੀਂ ਕਦੋਂ ਵੀ ਪਾਠ ਕਰ ਸਕਦੇ ਹਾਂ, ਮਾਰਨਿੰਗ, ਈਵਨਿੰਗ, ਆਫਟਰਨੂਨ, ਰਾਤ ਨੂੰ, ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਵਹਿਮ ਨਹੀਂ ਕਰਨਾ ਕਿ ਜੀ ਸ਼ਾਮ ਨੂੰ ਪਾਠ ਨਹੀਂ ਕਰਨਾ ਚਾਹੀਦਾ। ਠੀਕ ਹੈ, ਇਹ ਵਹਿਮ ਜਿਹੜਾ ਇਹ ਕਰਨਾ ਨਹੀਂ ਅਸੀਂ ਨੇ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। One who has reflected upon the Guru's Bani, enriched with the attributes and melody of the God's name, has cited all the Simritis, Shastras, Vedas, all scriptures। ਜਦੋਂ ਤੁਸੀਂ ਗੁਣਾਂ ਨੂੰ ਗਾ ਲਿਆ, ਰੱਬ ਦੇ ਨੂੰ ਪਾਠ ਕਰ ਲਿਆ, it means ਤੁਸੀਂ ਸਾਰੀਆਂ ਸਿਮਰਤੀਆਂ, all the religious books had read, ਪੜ੍ਹ ਲਈਆਂ ਸਾਰੀਆਂ ਹੀ। ਨਾਮ ਜਦੋਂ ਮਨ 'ਚ ਵਸ ਗਿਆ, ਕਿਉਂਕਿ ਨਾਮ is the essence of all the ਸਿਮਰਤੀ, all the religious scriptures। ਅਗਲੀ ਲਾਈਨ ਹੋਰ ਕਲੀਅਰ ਕਰਦੀ ਹੈ, ਸਗਲ ਮਤਾਂਤ ਕੇਵਲ ਹਰ ਨਾਮ। ਮਤ ਆਂਤ, ਮਤਾਂ ਦਾ ਮਤ ਹੁੰਦਾ ਟੀਚਿੰਗਸ, ਮਤ ਮੀਨਸ ਰਿਲੀਜਨਸ। The essence of all teaching is Lord's name, realizing God's presence in daily life। ਸਾਰੇ ਮਤਾਂਤ, ਮਤ ਕਹਿੰਦੇ ਨੇ ਕਿਹੜੇ ਮਤ ਤੋਂ ਹੈ ਭਾਈ, ਕਿਸ ਰਿਲੀਜਨ ਤੋਂ ਹੈ। ਮਤ ਦਾ ਸੈਕੰਡ ਮੀਨ ਹੈ ਟੀਚਿੰਗ, ਕੀ ਮਤ ਲਈ ਹੈ, ਕੀ ਸਮਝ ਆਈ ਹੈ, ਕੀ ਲੈਸਨ ਲਿਆ।
सारी लैसनस का, सारी टीचिंग्स का, सारे रिलीजनस का ये एसेंस है, ये कनक्लूजन है, ये निचोड़ है कि जी हरि नाम, वाहिगुरु का नाम, वाहिगुरु के नाम की प्रैजेंस फील करनी। सारे धर्म ही सिखाते सानू। गोबिंद भगत कै मन विश्राम, इट अबाइड्स इन द माइंड्स ऑफ द डिवोटी ऑफ गॉड। रब के भगतां विच नाम वसदा है। सुखमनी साहब का जिहड़ा रहाऊ वाली लाइन सी, सेंट्रल आइडिया सी, तुसीं पढ़िया सी ना, सुखमनी सुख अमृत प्रभ नाम भगत जना कै, इत्थे भी यही लाइन रिपीट हो रही है। गोबिंद भगत कै, उथे भगत जना कै मन विश्राम, इत्थे गोबिंद भगत कै। इनू कोरिलेट कर सकते हो तुसीं इत्थे आके, जिहड़ी सम अप हो रहा है सारा कुछ। कोट अपराध साध संग मिटै, अपराध मीन्स पाप, सिंस, माड़ी किस्मत, बैड लक, सब कुछ। मिलियंस ऑफ सिंस आर रेज थ्रू द साध संगत। कई बार असीं सोची जाते मैं बहुत पाप किए, मैं नहीं बख्शिया जाना। गुरु साहब कहते कोई नहीं, जे तू रियलाइज़ कर रहे हैं साध संगत विच आ जा, महाराज तेनू बख्श देंगे। अगों तो गलतियां ना करी, आगे समझ चलो नंद लाला, पाछे जो बीती सो बीती, पास्ट हैज़ पास्ट, जो पिछे हो गया सो हो गया, फुल स्टॉप एंड गो फॉरवर्ड। अगे नूं वध, गां कू त्रांग पिछा फिर ना मोडड़ा, लुक एंड गो फॉरवर्ड, डोंट लुक बिहाइंड। कोट अपराध साध संग मिटै, संत कृपा ते जमते छुटै, बाय द ग्रेस ऑफ द गुरु वन इज रिलीज्ड फ्रॉम द फियर ऑफ डेथ। जाकै मस्तक कर्म प्रभ पाए, साध शरण नानक ते आए। गुरु नानक, गुरु अर्जन साहब says they on whose forehead God has inscribed such fortune come to the sanctuary of the Guru। जेड़े गुरु महाराज नाल जुड़े ने, it means they are so blessed। इसका मीनिंग ये है कि जे तुसी पाठ करते हो, इसका जिहड़ा बेनिफिट है जां इसका अपने आप नूं ना कहो कि मैं पाठ करता, सैल्फ क्लेम ना करो, ये कहो कि गुरु महाराज करा रहे हैं। इत्थे इसदा मतलब यह है कि गुरु की कृपा है। एक्चुअली हुंदी कृपा ही है, जिसका मस्तक भाग से सेवा लाया, सेवक को सेवा बन आई। जिन्हों गुरु मेहर करता उन्होंने सेवा बख्शता है, सेवा करता है। ये गुरु की मेहर है, दात है गुरु की। एवरीथिंग इज द गिफ्ट ऑफ वाहिगुरु। ये भी मीनिंग है, ये भी मीनिंग है, ये भी राइट मीनिंग है, ये भी राइट मीनिंग है, ये भी राइट मीनिंग है। क्योंकि बाणी ये भी गल खोलती है कि असी इवें हाँ जिवें एक बीज हुंदा है, एक सीड हुंदा है। सीड दे विच सब कुछ पहला पाया गया रब वल्लों कि इहदे पत्ते किन्ने होने हैं, इहदे फुल किन्ने होने हैं, फल किवें दे होने हैं। कई सीड धरती विच बीजदे आ, वो फ्रूटफुल नहीं हुंदे, उन्हां नूं पत्ते भी नहीं लगदे चज नाल, फुल भी नहीं लगदे, फिर फल भी नहीं लगदे। जे लग जाण तां टेस्टलैस हुंदे आ, खाण नूं जी नहीं करदा। मैं अपने घर विच एक अमरूद गावा दा ट्री लगाया, एक दो लगाए। एक इन्ना वधिया मिठा फल है, 15-18 साल हो गए लगे नूं। असीं इन्ने खाने आ ना गावास, सारे गवांढियां नूं रिश्तेदारां नूं भी वंडदे आ। 20-20 किलो एवरीडे असीं जिहड़ा फ्रूट तोड़दे आ उहदे तों। एक बेचारा नाल लाया सी, वो भी हजे तक भी लग्या, उहनूं कोई फ्रूट ही नहीं लग्या कदे। कदे 2-4 लग जाते हैं, वो भी निकम्मे जे बक बके जे, खाओ दंदी वड्डो मूँह खराब हो जाता है। सो एक बीज विच सारा कुछ पिया सीगा, उस बीज नूं ही वड्डा होया, उहदे विचों ही असीं भी जदों आउणे आ संसार ते। ये बाणी ते गल कहंदी है, शायद साडा फेस बने ना बने, कि काफ़ी कुछ रिटन है, लिख के आया। सबना लिखिया बूढ़ी कलाम, उस कलम नाल लिखिया होया भी असीं कित्ते कित्ते जाना, किवें किवें। एक बाणी 'ਚ ਹੋਰ भी गल होंदी आ कि जिथे जिथे दाना पानी साडा लिखिया ना,
ਉਹ ਵੀ ਅਸੀਂ ਖਾਣਾ ਹੈਗਾ। ਬਾਣੀ ਸੇਜ਼ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਬਾਣੀ ਹੋਰ ਵੀ ਫਰਦਰ ਇਹਨੂੰ ਕਹਿੰਦੀ ਹੈ, ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਜਦੋਂ ਅਸੀਂ ਪੈਦਾ ਹੋਏ ਹਾਂ, ਸਾਡਾ ਰਿਜ਼ਕ, ਸਾਡੀ ਰੋਟੀ, ਸਾਡਾ ਫੂਡ ਲਿਖਿਆ ਹੋਇਆ, ਤੂੰ ਕਿੱਥੇ ਕਿੱਥੇ ਖਾਣਾ। ਫਿਰ ਸਾਨੂੰ ਰੱਬ ਨੇ ਪੈਦਾ ਕੀਤਾ, ਪਹਿਲਾਂ ਉਹਨੇ ਸਾਨੂੰ ਰਿਜ਼ਕ ਦਿੱਤਾ ਹੈ। ਦੇਖੋ ਨਾ, ਇੱਕ ਨੈਚੁਰਲੀ ਪ੍ਰੋਸੈਸ ਹੈ। ਮਾਂ ਦੇ ਜਦੋਂ ਮਾਂ ਬਣਦੀ ਹੈ ਨਾ, ਕੋਈ ਵੀ ਗਰਲ ਜਿਹੜੀ ਹੈ ਵਿਆਹ ਤੋਂ ਬਾਅਦ, ਤਾਂ ਉਹਦੇ ਬ੍ਰੈਸਟ ਵਿੱਚ ਦੁੱਧ ਆਉਂਦਾ ਹੈ। ਕਦੋਂ? ਜਦੋਂ ਬੱਚਾ ਪੈਦਾ ਹੁੰਦਾ ਹੈ। ਮਾਂ ਦੇ ਬੱਚਾ ਹੋਣ ਤੋਂ ਨਾਲ ਹੀ ਦੁੱਧ ਵੀ ਆ ਜਾਂਦਾ ਹੈ। ਪ੍ਰਪੇਅਰ ਕਰ ਦਿੱਤਾ ਰੱਬ ਨੇ ਮਿਲਕ, ਕਿਉਂਕਿ ਬੱਚਾ ਰੋਟੀ ਨਹੀਂ ਖਾ ਸਕਦਾ। ਅੱਜ ਸਾਇੰਸ ਵੀ ਕਹਿੰਦੇ, ਡਾਕਟਰ ਵੀ ਕਹਿੰਦੇ ਨੇ ਵੀ ਐਟਲੀਸਟ 6 ਮੰਥ ਬੱਚੇ ਨੂੰ ਮਾਂ ਦੀ ਫੀਡਿੰਗ ਦਿਓ, ਬ੍ਰੈਸਟ ਫੀਡਿੰਗ ਦਿਓ, ਕਹਿੰਦੀ ਹੈ ਨਾ ਸਾਇੰਸ। ਕਿਉਂ? ਇਹ ਅਕਾਲ ਪੁਰਖ ਨੇ, ਵਾਹਿਗੁਰੂ ਨੇ ਬੱਚੇ ਦਾ ਪਹਿਲਾਂ ਲਿਖਿਆ ਹੋਇਆ। ਬਾਣੀ ਵੀ ਕਹਿੰਦੀ ਹੈ ਕਿ ਜਦੋਂ ਦੰਦ ਨਹੀਂ ਸੀ ਨਾ, ਤੈਨੂੰ ਪੀਣ ਵਾਸਤੇ ਦੁੱਧ ਦਿੱਤਾ। ਜਦੋਂ ਦੰਦ ਆ ਗਏ, ਸੋਹਣੀ ਸੋਹਣੀ ਚੀਜ਼ਾਂ ਬਣਾ ਕੇ ਦਿੰਦੀ ਮਾਂ ਖਾਣ ਵਾਸਤੇ, ਹੈ ਨਾ। ਹੌਲੀ ਹੌਲੀ ਫਿਰ ਕਿੰਨਾ ਕੁਛ ਚੱਬੀ ਜਾਂਦੇ, ਛੱਡਦੀ ਕੁਛ ਨਹੀਂ ਸੀ। ਪੱਖ ਅਪੱਖ ਸਭ ਖਾਏ। ਜਿਹੜੀ ਖਾਣ ਵਾਲੀ ਚੀਜ਼ ਉਹਦੇ ਖਾਂਦੇ, ਜਿਹੜੀ ਨਹੀਂ ਵੀ ਖਾਣ ਵਾਲੀ ਉਹ ਵੀ ਖਾ ਜਾਂਦੇ ਆ ਵੀ ਕੋਈ ਨਹੀਂ ਜੀ, ਬੜਾ ਸਵਾਦ ਆ ਰਿਹਾ, ਮਜ਼ਾ ਆ ਰਿਹਾ। ਸਵਾਦ 'ਚ ਪਤਾ ਨਹੀਂ ਕੀ ਕੋਈ ਗੰਦ ਮੰਦ ਖਾ ਜਾਂਦੇ ਆ। ਮੁੜ ਕੇ ਵੀ ਕਹਿੰਦੇ ਹਾਏ ਬਲੱਡ ਪ੍ਰੈਸ਼ਰ ਹੋ ਗਿਆ। ਭੈਣ ਜੀ ਵਿਆਹ ਤੇ ਹੁਣ ਡਾਇਬਟਿਕ ਨਹੀਂ ਖਹਿੜਾ ਛੱਡਣ ਡਈ। ਪਹਿਲਾਂ ਇੰਨਾ ਨਾ ਮਿੱਠਾ ਖਾਣਾ, ਮੁੜ ਕੇ ਫਿਰ ਕਹਿੰਦੇ ਜੀ ਭੈਣ ਜੀ ਚਾਹ ਫਿੱਕੀ ਬਣਾਇਆ ਜੀ, ਫਿੱਕੀ ਵਿਦਆਊਟ ਸ਼ੂਗਰ ਬਣਾਇਆ ਜੀ। ਪਹਿਲਾਂ ਤਾਂ ਭੈਣ ਜੀ ਲਿਆਓ ਲੱਡੂ ਵੀ ਲਿਆਓ, ਗੁਲਾਬ ਜਾਮਣਾ ਵੀ ਲਿਆਓ, ਸਭ ਕੁਝ ਹੀ ਖਾਈ ਜਾਣਾ। ਮੁੜ ਕੇ ਫਿਰ ਚਾਹ ਵੀ ਫਿੱਕੀ ਪੀਣੀ। ਸੋ ਇਹਦਾ ਮਤਲਬ ਹੈ ਵੀ ਗੁਰੂ ਮਹਾਰਾਜ ਨੇ ਆਲਰੇਡੀ ਇਜ਼ ਰਿਟਨ ਦੇਅਰ ਇਨ ਗੁਰੂ ਗ੍ਰੰਥ ਸਾਹਿਬ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਜਿੰਨੇ ਟੇਸਟ ਲਵਾਂਗੇ, ਜਿੰਨੇ ਸਵਾਦ ਲਵਾਂਗੇ ਸਰੀਰ ਨੂੰ, ਉਨੇ ਹੀ ਦੁੱਖ ਵੀ ਨਾਲ ਖੜੇ ਨੇ। ਇਹ ਨਾ ਸੋਚੋ ਵੀ ਬੜਾ ਮਜ਼ਾ ਆ ਰਿਹਾ, ਮਜ਼ੇ ਪਿੱਛੇ ਦੁੱਖ ਵੀ ਖੜਿਆ, ਉਹਨੂੰ ਵੀ ਦੇਖਿਆ ਕਰੋ। ਤੇ ਗੁਰੂ ਨੇ ਦੱਸਿਆ ਵੀ ਕਿਵੇਂ ਖਾ, ਕਿਵੇਂ ਕੱਪੜੇ ਪਾ, ਕਿਵੇਂ ਦੀ ਲਾਈਫ ਜੀ, ਜੇ ਅਸੀਂ ਗੁਰੂ ਨੂੰ ਫੋਲੋ ਕਰੀਏ। ਪ੍ਰੋਬਲਮ ਇਹੀ ਹੈ ਕਿ ਸਾਨੂੰ ਔਖਾ ਲੱਗਦਾ, ਅਸੀਂ ਆਪਣੀ ਮਰਜ਼ੀ ਕਰਦੇ ਹਾਂ। ਕੰਮ ਦੀ ਗੱਲ ਜਿਹੜੀ ਹੈ, ਆਪਣੇ ਕੰਮ ਦੀ ਅਸੀਂ ਮੰਨ ਲੈਂਦੇ ਹਾਂ। ਗਿਆਨੀ ਨੂੰ ਕਹਿ ਦਿੰਦੇ ਹਾਂ ਜਦੋਂ ਸਾਡੇ ਬੱਚੇ ਦਾ ਜਨਮ ਦਿਨ ਹੁੰਦਾ ਨਾ, ਗਿਆਨੀ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜ੍ਹੋ, ਗਿਆਨੀ ਜੀ ਪੂਤਾ ਮਾਤਾ ਕੀ ਪੜ੍ਹੋ। ਆਰਡਰ ਕਰਦੇ ਆ, ਨਾ ਪੜ੍ਹੇ ਤੇ ਪ੍ਰੋਬਲਮ ਵੀ ਹੋ ਜਾਂਦੀ ਹੈ ਨਾ। ਵੀ ਹੁਣ ਮਹਾਰਾਜ ਗਿਆਨੀ ਨੂੰ ਕਹਿੰਦੇ ਗਿਆਨੀ ਚੰਗਾ ਜਿਹਾ ਹੁਕਮਨਾਮਾ ਕੱਢੋ। ਭੈੜੇ ਵੀ ਹੁਕਮਨਾਮੇ ਹੈਗੇ ਆ। ਇਟ ਮੀਨਸ ਜੇ ਤੁਸੀਂ ਕਹਿੰਦੇ ਹੋ ਚੰਗਾ ਹੁਕਮਨਾਮਾ, ਇਹਦਾ ਮਤਲਬ ਭੈੜੇ ਵੀ ਹੈਗੇ ਹੁਕਮਨਾਮੇ। ਸਾਡੀ ਥਿੰਕਿੰਗ ਦੇਖੋ ਕਿਹੋ ਜਿਹੀ, ਕਿੱਥੇ ਖੜੇ ਹਾਂ ਅਸੀਂ, ਸਾਡੀ ਸੋਚ ਕਿੱਥੇ ਹੈ। ਬਾਣੀ ਨੂੰ ਵੀ ਅਸੀਂ ਭੈੜਾ ਬਣਾਤਾ। ਸਾਡਾ ਮਤਲਬ ਇਹੀ ਹੋਇਆ ਨਾ ਵੀ ਚੰਗਾ ਹੁਕਮਨਾਮਾ, ਇਹਦੇ ਆਪੋਜਿਟ ਕੋਈ ਭੈੜਾ ਵੀ ਹੈ। ਭੈੜਾ ਕੁਛ ਨਹੀਂ ਹੈ, ਸਭ ਕੁਛ ਹੀ ਚੰਗਾ ਹੈ। ਬਾਣੀ ਸਦਾ ਹੀ ਮਿੱਠੀ ਹੈ, ਕਦੇ ਉਹ ਪਿਆਰ ਨਾਲ ਕਹਿੰਦੀ, ਕਦੇ ਝਿੜਕ ਕੇ ਕਹਿੰਦੀ ਹੈ। ਹਾਂਜੀ, ਨੈਕਸਟ ਵਨ ਸਟੈਂਜਾ, ਲਾਸਟ ਵਨ ਸਟੈਂਜਾ। ਜਿਸ ਮਨ ਬਸੈ ਸੁਨੈ ਲਾਏ ਪੁਰੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਜਨਮ ਮਰਨ ਤਾਂ ਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ ਸ਼ੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁਖ ਰੋਗ ਬਿਨ ਸੇ ਪੈ ਪਰਮ, ਸਾਧ ਨਾਮ ਨਿਰਮਲ ਤਾਕੇ ਕਰਮ। ਸਭ ਤੇ ਊਚ ਤਾਕੀ ਸ਼ੋਭਾ ਬਨੇ, ਨਾਨਕ ਇਹ ਗੁਣ ਨਾਮ ਸੁਖਮਣੀ। ਹਾਂਜੀ, ਲਾਸਟ ਇਹ ਸਟੈਂਜਾ ਹੈ ਸੁਖਮਨੀ ਸਾਹਿਬ ਦਾ। ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਅਸੀਂ ਕੰਪਲੀਟ ਕਰ ਰਹੇ ਹਾਂ ਸੁਖਮਨੀ ਸਾਹਿਬ। ਮੋਰ ਦੈਨ 50 ਲੈਸਨ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ।
God comes to live in the heart of that person who listens to the Guru's word with love and in whose mind it dwells. ਜਿਸ ਦੇ ਮਨ ਵਿੱਚ ਵਾਹਿਗੁਰੂ ਬਸ ਜਾਂਦਾ ਹੈ, ਪ੍ਰੀਤ ਲਾ ਕੇ ਸੁਣਦਾ ਹੈ, ਉਹਨੂੰ ਫਿਰ ਰੱਬ ਹਮੇਸ਼ਾ ਹਮੇਸ਼ਾ ਚੇਤੇ ਆਉਂਦਾ ਹੈ। ਇੱਕ ਪ੍ਰੀਤ ਹੈ, ਪਿਆਰ ਹੈ, ਇੱਕ ਰਿਲੇਸ਼ਨ ਹੈ। ਧਰਮ ਜਿਹੜਾ, ਬਾਣੀ ਜਿਹੜੀ ਹੈ, ਇਹਦੇ ਨਾਲ ਸਾਡਾ ਕੋਈ ਬਲੱਡ ਰਿਲੇਸ਼ਨ ਤਾਂ ਨਹੀਂ ਹੈ। ਇਹਦੇ ਨਾਲ ਸਾਡਾ ਇੱਕ ਪ੍ਰੀਤ ਦਾ ਰਿਲੇਸ਼ਨ ਹੈ, ਪਿਆਰ ਦਾ ਰਿਲੇਸ਼ਨ ਹੈ, ਇੱਕ ਡਿਵਾਈਨ ਰਿਲੇਸ਼ਨ ਹੈ। ਉਹ ਬਹੁਤ ਵੱਡਾ ਰਿਲੇਸ਼ਨ ਹੈ। ਸਾਡੀ ਹਿਸਟਰੀ ਸਾਨੂੰ ਦੱਸਦੀ ਹੈ, ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਕੀਤੀ ਉਹਨਾਂ ਨੇ ਕਹਿ ਦਿੱਤਾ, ਜੋ ਤਨ ਚੀਰ ਹੈ ਅੰਗ ਨਾ ਮੋਰੋਂ, ਜੋ ਤਨ ਚੀਰ ਹੈ, ਇਫ ਮਾਈ ਲਿੰਬਸ, ਇਫ ਮਾਈ ਬੋਡੀ ਇਜ਼ ਕੱਟ ਇਨਟੂ 2 ਪੀਸਸ, ਮੈਂ ਆਪਣੀ ਬੋਡੀ ਨੂੰ ਪਿੱਛੇ ਨਹੀਂ ਹਟਾਵਾਂਗਾ। ਮੈਂ ਫੋਰਗਿਵ, ਆਪਣੇ ਆਪ ਨੂੰ ਛੱਡਾਂਗਾ ਨਹੀਂ, ਸਿੱਖੀ ਨੂੰ ਛੱਡਾਂਗਾ ਨਹੀਂ, ਬਾਣੀ ਨੂੰ ਛੱਡਾਂਗਾ ਨਹੀਂ। ਜੋ ਤਨ ਚੀਰੈ ਅੰਗ ਨ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨ ਤੋਰੋ। ਮੇਰਾ ਪਿੰਡ, ਮੇਰੀ ਬੋਡੀ ਨੂੰ ਕੋਈ ਟੁਕੜੇ ਟੁਕੜੇ ਕਰ ਦੇਵੇ, ਕੱਟ ਦੇਵੇ ਪੀਸਸ ਦੇ ਵਿੱਚ, ਮੈਂ ਫਿਰ ਵੀ ਸੱਚੇ ਪਾਤਸ਼ਾਹ, ਇਹ ਕਲਗੀਆਂ ਵਾਲੇ ਗੁਰੂ, ਤੇਰੇ ਤੋਂ ਮੁੱਖ ਨਹੀਂ ਮੋੜਾਂਗਾ, ਤੇਰੇ ਤੋਂ ਦੂਰ ਨਹੀਂ ਜਾਵਾਂਗਾ। ਔਰ ਇਹ ਬਾਣੀ ਨੂੰ ਪ੍ਰੈਕਟਿਸ ਵੀ ਕੀਤਾ ਗਿਆ, ਇਸ ਬਾਣੀ ਦਾ ਪ੍ਰੈਕਟੀਕਲ ਵੀ ਹੋਇਆ। ਮੈਂ ਗੱਲ ਕਹਿੰਦਾ ਹੁੰਦਾ ਕਿ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਆਲਰੇਡੀ ਪ੍ਰੈਕਟਿਸ ਹੋ ਚੁੱਕੀ ਹੈ। ਪ੍ਰੈਕਟੀਕਲ ਪਹਿਲਾਂ ਹੋਇਆ, ਥਿਊਰੀ ਬਾਅਦ ਵਿੱਚ ਮਿਲੀ ਹੈ। ਕਈ ਵਾਰੀ ਥਿਊਰੀ ਪਹਿਲਾਂ ਹੁੰਦੀ ਹੈ, ਪ੍ਰੈਕਟੀਕਲ ਬਾਅਦ ਵਿੱਚ ਹੁੰਦਾ ਹੈ। ਪ੍ਰੈਕਟੀਕਲ ਕਰਦਾ ਹੀ ਨਹੀਂ, ਥਿਊਰੀ ਸਭ ਨੂੰ ਪਤਾ ਹੁੰਦੀ ਹੈ। ਪਰ ਸਿੱਖੀ ਵਿੱਚ ਸਭ ਕੁਝ ਪ੍ਰੈਕਟਿਸ ਹੋਇਆ, ਐਵਰੀਥਿੰਗ ਵਾਜ਼ ਪ੍ਰੈਕਟਿਸਡ। ਭਾਈ ਮਤੀ ਦਾਸ ਜਿਹੜਾ ਹੈ, ਉਹਦੀ ਬੋਡੀ ਜਿਹੜੀ ਹੈ 2 ਚੀਰ ਕਰ ਦਿੱਤੇ, ਦੋ ਉਹਦੀ ਬੋਡੀ ਦੇ ਹਿੱਸੇ ਕਰ ਦਿੱਤੇ, ਆਰੇ ਨਾਲ ਚੀਰਿਆ ਗਿਆ ਉਹਨੂੰ। ਤੇ ਉਹਨੇ ਕਿਹਾ ਸੀ, ਮੈਂ ਇੱਕ ਵਾਰੀ ਪਹਿਲਾਂ ਵੀ ਰਿਪੀਟ ਕਰਾਇਆ ਸੀ, ਦੁਬਾਰਾ ਚਾਹੁੰਦਾ ਮੈਂ ਉਸ ਗੱਲ ਨੂੰ ਰਿਪੀਟ ਕਰਨਾ। ਉਹਨੇ ਕਿਹਾ ਸੀ, ਭਾਈ ਮਤੀ ਦਾਸ ਨੇ ਆਰਾ ਚਲਾਉਣ ਵਾਲੇ ਬੁੱਚੜ ਨੂੰ ਕਿਹਾ ਸੀ, ਆਰੇ ਨੂੰ ਕਿਹਾ ਸੀ, ਆਰਿਆ ਤੂੰ ਮੈਨੂੰ ਚੀਰੇਗਾ, ਆਈ ਡੋਂਟ ਫੀਅਰ, ਮੈਨੂੰ ਕੋਈ ਡਰ ਨਹੀਂ ਹੈ, ਪਰ ਹੌਲੀ ਹੌਲੀ ਚੀਰੀ, ਮਜ਼ਾ ਲੈ ਕੇ ਚੀਰੀ, ਤਾਂ ਕਿ ਮੈਂ ਵੀ ਆਪਣੇ ਗੁਰੂ ਦਾ ਨਾਮ ਲੈਂਦਾ ਲੈਂਦਾ ਇਸ ਸ਼ਹਾਦਤ ਨੂੰ, ਇਸ ਮਾਰਟੇਰਡਮ ਨੂੰ ਮਜ਼ੇ ਨਾਲ ਪ੍ਰਾਪਤ ਕਰਾਂ, ਆਨੰਦ ਨਾਲ ਇਸ ਸ਼ਹੀਦੀ ਨੂੰ ਪ੍ਰਾਪਤ ਕਰਾਂ। ਜਦੋਂ ਕੋਈ ਬੰਦੇ ਨੂੰ PhD ਜਾਂ ਮਾਸਟਰ ਡਿਗਰੀ ਮਿਲਦੀ ਹੈ ਨਾ, ਇੱਕ ਗਾਊਨ ਪਾ ਕੇ ਬੜੇ ਮਜ਼ੇ ਨਾਲ, ਬੜੀ ਖੁਸ਼ੀ ਨਾਲ ਹੋ ਜਾਂਦਾ। ਕਿੰਨੇ ਦਿਨਾਂ ਤੋਂ ਤਿਆਰੀ ਕਰਦਾ ਕਿ ਮੈਨੂੰ ਗਾਊਨ ਪਾ ਕੇ ਮੈਂ ਡਿਗਰੀ ਲੈਣੀ ਹੈ। ਇੱਥੇ ਸਿੱਖ ਵੀ ਇੱਕ ਡਿਗਰੀ ਲੈ ਰਿਹਾ, ਜਿਹੜੀ ਡਿਗਰੀ ਹੈ ਸ਼ਹਾਦਤ ਦੀ ਡਿਗਰੀ, ਮਾਰਟੀਰਡਮ ਦੀ ਡਿਗਰੀ, ਸ਼ਹੀਦੀ ਦੀ ਡਿਗਰੀ। ਤੇ ਸਿੱਖ ਨੂੰ ਵੀ ਬੜਾ ਚਾਅ ਚੜਿਆ ਹੋਇਆ। ਕਬੀਰ ਸਾਹਿਬ ਨੇ ਉਹਨੂੰ ਕਿਹਾ ਹੈ, ਮੋਹਿ ਮਰਨੇ ਕਾ ਚਾਉ ਹੈ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮੈਨੂੰ ਤੇ ਮਜ਼ਾ ਹੈ। ਤੇ ਉਹ ਭਾਈ ਮਤੀ ਦਾਸ ਆਨੰਦ ਨਾਲ ਉਸ ਆਰੇ ਵਾਲੇ ਨੂੰ ਕਹਿੰਦਾ, ਕੀ ਕਹਿੰਦਾ, ਅਸਾਂ ਸਿੱਖੀ ਦਾ ਨੀ ਛੱਡਣਾ ਰਾਹ, ਆਰਿਆ ਤੂੰ ਚੀਰੀ ਜਾਈ ਓਏ, ਸਾਨੂੰ ਮੌਤ ਦੀ ਨਹੀਂ ਪਰਵਾਹ, ਆਰਿਆ ਤੂੰ ਚੀਰੀ ਜਾਈ ਓਏ। ਉਹ ਆਰਿਆ ਤੂੰ ਕੱਟੀ ਜਾ, ਚੀਰੀ ਜਾ, ਮੈਂ ਨਹੀਂ ਡਰਦਾ ਮੌਤ ਕੋਲੋਂ, ਮੈਂ ਸਿੱਖੀ ਦਾ ਰਾਹ ਨਹੀਂ ਛੱਡਾਂਗਾ। ਜੋ ਤਨ ਚੀਰੈ ਅੰਗ ਨਾ ਮੋਰੋਂ, ਮੇਰੀ ਬੋਡੀ ਕੱਟੀ ਜਾਏ ਪਰ ਮੈਂ ਸਿੱਖੀ ਨੂੰ ਕੱਟਣ ਨਹੀਂ ਦਿਆਂਗਾ। ਮੇਰੀ ਬੋਡੀ ਕੱਟ ਸਕਦੀ ਹੈ ਪਰ ਸਿੱਖੀ ਦਾ ਪ੍ਰੇਮ ਨਹੀਂ ਕੱਟਿਆ ਜਾ ਸਕਦਾ। ਸਿੱਖੀ ਦਾ ਜਿਹੜਾ ਪਿਆਰ ਹੈ ਉਹ ਮੈਂ ਤੋੜ ਨਹੀਂ ਸਕਦਾ, ਬੋਡੀ ਨੂੰ ਤੋੜ ਸਕਦਾ। ਸਿੱਖਾਂ ਨੇ ਆਪਣੀਆਂ ਬੋਡੀਜ਼ ਜਿਹੜੀਆਂ ਨੇ, ਫੈਮਿਲੀਜ਼, ਆਪਣਾ ਘਰ-ਬਾਰ ਗੁਰੂ ਦੇ ਲੇਖੇ ਲਾਇਆ। ਪੀਰ ਬੁੱਧੂ ਸ਼ਾਹੂ ਵਾਸ ਏ ਮੁਸਲਿਮ, ਉਹਦੇ 4 ਬੱਚੇ ਸੀ, ਸ਼ਹੀਦ ਹੋਏ ਗੁਰੂ ਦੇ ਲਈ। 500 ਉਹਦੇ ਡਿਸਾਈਪਲ ਸੀ, ਫਾਲੋਵਰ ਸੀ, ਆਰਮੀ ਦੇ ਬੰਦੇ ਸੀ, ਉਹ ਵੀ ਸ਼ਹੀਦ ਹੋਏ। ਸਾਰੀ ਫੈਮਿਲੀ ਸ਼ਹੀਦ ਹੋਈ ਬੁੱਧੂ ਸ਼ਾਹ ਦੀ, ਘਰ ਵੀ ਉਹਦਾ ਡਿਸਟਰੋਏ ਕਰ ਦਿੱਤਾ ਗਿਆ, ਪਰ ਉਹਨੇ ਸਿੱਖੀ ਕਮਾਈ, ਸਿੱਖੀ ਕਮਾਈ। ਜਦੋਂ ਸਾਰੀ ਫੈਮਿਲੀ ਸ਼ਹੀਦ ਹੋ ਗਈ ਨਾ ਪੀਰ ਬੁੱਧੂ ਸ਼ਾਹ ਦੀ, ਤਾਂ ਗੁਰੂ ਗੋਬਿੰਦ ਸਿੰਘ ਬਹੁਤ ਖੁਸ਼ ਸੀਗੇ ਕਿ ਇਸ ਬੰਦੇ ਨੇ ਆਪਣੇ ਆਪ ਨੂੰ ਗੁਰੂ ਨੂੰ ਸਰੈਂਡਰ ਕੀਤਾ। ਗੁਰੂ ਜੀ ਕਹਿੰਦੇ, ਪੀਰ ਬੁੱਧੂ ਸ਼ਾਹ ਐਨੀਥਿੰਗ ਮੰਗ ਲੈ, ਕੋਈ ਚੀਜ਼ ਮੰਗ, ਡਿਮਾਂਡ ਕਰ,
ਕੁਛ ਨਹੀਂ ਮੰਗਿਆ। ਗੁਰੂ ਸਾਹਿਬ ਕਹਿੰਦੇ ਕੇਸਾਂ ਨੂੰ ਕੰਘਾ ਕਰ ਰਹੇ, ਕੋਂਬਿੰਗ ਕਰ ਰਹੇ ਸੀ, ਕੰਬਿੰਗ ਕਰ ਰਹੇ, ਕੇਸ ਵਾਹ ਰਹੇ ਸੀ। ਕੰਘੇ ਵਿੱਚ ਥੋੜ੍ਹੇ ਜਿਹੇ, ਖੁੰਭ ਦੇ ਵਿੱਚ ਥੋੜ੍ਹੇ ਜਿਹੇ ਕੇਸ ਸੀਗੇ। ਕਹਿੰਦਾ ਮਹਾਰਾਜ ਤੁਹਾਡੇ ਕੇਸ ਕਿੰਨੇ ਕੀਮਤੀ ਨੇ, ਕੇਸਾਂ ਦੇ ਨਾਲ ਹੀ ਮੈਨੂੰ ਕੰਘਾ ਦੇ ਦਿਓ, ਤੁਹਾਡੀ ਯਾਦ, ਤੁਹਾਡਾ ਪਿਆਰ ਮੇਰੇ ਕੋਲ ਹੋਊਗਾ। ਗੁਰੂ ਨੇ ਕੇਸਾਂ ਦੇ ਨਾਲ ਕੰਘਾ ਉਹਨੂੰ ਬਖਸ਼ਿਆ। ਅੱਜ ਵੀ ਉਹ ਕੰਘਾ ਸ਼ਾਇਦ ਪਿਆ ਹੈਗਾ, ਕੇਸ ਵੀ ਪਏ ਆ। ਐਡੀ ਵੱਡੀ ਕੀਮਤ ਹੈ। ਜਦੋਂ ਅਸੀਂ ਇੱਕ ਗੱਲ ਹੋਰ ਕਹਿਣਾ, ਜਦੋਂ ਅਸੀਂ ਕੋਈ ਚੀਜ਼ਾਂ ਦੀ ਵੈਲਿਊ ਕੱਢਣੀ ਸ਼ੁਰੂ ਕਰ ਦਿੰਦੇ ਹਾਂ, ਪੈਸਿਆਂ ਨਾਲ ਕੀਮਤ ਪਾਉਣੀ ਸ਼ੁਰੂ ਕਰ ਦਿੰਦੇ ਹਾਂ, ਫਿਰ ਸਾਡੇ ਲਈ ਇਹ ਪੱਗ ਐਵੇਂ 5 ਮੀਟਰ ਦਾ ਕੱਪੜਾ ਰਹਿ ਜਾਂਦਾ ਕਿ ਜਿਵੇਂ 7 ਮੀਟਰ ਸਿਰ 'ਤੇ ਐਵੇਂ ਬਰਡਨ ਜਾਂ ਚੁੱਕਿਆ ਹੋਇਆ। ਪਰ ਜਦੋਂ ਅਸੀਂ ਗੁਰੂ ਦੀ ਰਹਿਮਤ ਵਿੱਚ ਜੀਂਦੇ ਹਾਂ, ਇਹ ਪੱਗ ਸਾਡੀ ਜਿੰਦ ਨਾਲੋਂ, ਜਾਨ ਨਾਲੋਂ ਕੀਮਤੀ ਚੀਜ਼ ਹੈ। ਇਹ ਪੱਗ ਕੱਪੜਾ ਹੀ ਨਹੀਂ ਹੈ, ਇਹ ਤਾਂ ਬਖਸ਼ਿਸ਼ ਹੈ ਗੁਰੂ ਦੀ। ਇਹ ਤਾਂ ਮੇਰੇ ਗੁਰੂ ਦਾ ਬਖਸ਼ਿਆ ਹੋਇਆ ਕਰਾਊਨ ਹੈ ਮੇਰੇ ਵਾਸਤੇ। ਇਸ ਨਾਲ ਤਾਂ ਮੈਂ ਬਾਦਸ਼ਾਹ ਹਾਂ, ਕਿੰਗ ਹਾਂ। ਇਸ ਪੱਗ ਪਿੱਛੇ ਤਾਂ ਮੈਂ ਜਾਨ ਵੀ ਦੇ ਸਕਦਾ। ਇਸ ਪੱਗ ਦੀ ਬੜੀ ਕੀਮਤ ਹੈ, ਇਸ ਪੱਗ ਦੀ ਬੜੀ ਕੀਮਤ ਹੈ। ਇਸੇ ਕਰਕੇ ਭਾਈ ਨੰਦ ਲਾਲ ਨੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਬੈਠੇ ਹੋਏ ਕਿਹਾ ਸੀ, ਕਲਗੀ ਵਾਲੇ ਸਤਿਗੁਰੂ, ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਸਤਿਗੁਰੂ, ਐਸ ਤਾਜਾਂ ਵਾਲੇ ਸਤਿਗੁਰੂ, ਕਲਗੀਆਂ ਵਾਲੇ ਸਤਿਗੁਰੂ, ਤੇਰੀ ਦਾੜੀ ਦਾ ਇੱਕ ਵਾਲ ਮੇਰੇ ਸਾਹਮਣੇ ਨਜ਼ਰ ਆ ਰਿਹਾ ਮੈਨੂੰ। ਮੈਂ ਇਹਦੀ ਵੈਲਿਊ ਪਾਉਣਾ ਚਾਹੁੰਦਾ ਸੀ ਕਿ ਕਿੰਨੇ ਕੁ ਕੀਮਤ ਦਾ ਹੈ, ਕੀ ਪ੍ਰਾਈਸ ਹੈ ਇਸ ਦਾ। ਭਾਈ ਨੰਦ ਲਾਲ ਨੇ ਫਿਰ ਉਹਦਾ ਪ੍ਰਾਈਸ ਪਤਾ ਕੀ ਪਾਇਆ? ਇੱਕ ਦਾੜੀ ਦੇ ਵਾਲ ਦਾ। ਭਾਈ ਨੰਦ ਲਾਲ ਨੇ ਕਿਹਾ, ਪਰਸ਼ੀਅਨ ਸ਼ੇਅਰ ਹੈ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ, ਕਿ ਮੇਰੇ ਇਸ ਕਲਗੀਆਂ ਵਾਲੇ ਸਤਿਗੁਰੂ ਦਾ, ਮੇਰੇ ਯਾਰ ਦਾ ਦਾੜੀ ਦਾ ਵਾਲ ਜਿਹੜਾ ਨਾ, ਯਕ ਤਾਰ, ਯਕ ਮੀਨਸ ਇੱਕ, ਤਾਰ ਮੀਨਸ ਦਾੜੀ ਦਾ ਇੱਕ ਵਾਲ ਇੰਨਾ ਕੀਮਤੀ ਹੈ ਕਿ ਦੁਨੀਆ ਜਿਹੜੀ ਵਰਲਡ ਕਾਸਮੋਸ ਹੈ, ਇਹ ਦੋ ਬਣ ਜਾਣ, ਦੋਨਾਂ ਦੀ ਜੋ ਵੈਲਿਊ ਹੈ ਉਹਦੇ ਇੱਕ ਪਾਸੇ ਰੱਖਦਿਆਂ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦਾ ਇੱਕ ਵਾਲ, ਫਿਰ ਵੀ ਮੇਰੇ ਗੁਰੂ ਦਾ ਵਾਲ ਇੰਨਾ ਕੀਮਤੀ ਹੈ। ਇਸ ਕਰਕੇ ਜਿਹੜੇ ਅਸੀਂ ਕੇਸ ਰੱਖਦੇ ਹਾਂ, ਇਹ ਅਸੀਂ ਇਸ ਤਰ੍ਹਾਂ ਰੱਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੀ ਗਿਫਟ ਹੈ, ਇਹ ਗੁਰੂ ਦੀ ਮੋਹਰ ਹੈ, ਗੁਰੂ ਦੀ ਦਾਤ ਹੈ। ਇਹ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ, ਸਾਨੂੰ ਬੋਝ ਨਹੀਂ ਲੱਗਦਾ। ਇਹ ਕੁਐਸਚਨ ਹੀ ਨਹੀਂ ਰੇਜ਼ ਹੁੰਦਾ ਮਨ 'ਚ ਵੀ ਇਹਨੂੰ ਕਿਹੜਾ ਅੰਬ ਲੱਗਣੇ। ਕਈ ਕਹਿਣਗੇ ਅੰਬ ਲੱਗਦੇ ਆ। ਮੈਂ ਭਾਈ ਤੈਨੂੰ ਕੀ ਲੱਗਦਾ? ਫਿਰ ਤੂੰ ਕਾਹਦੇ ਵਾਸਤੇ ਦੁਨੀਆ 'ਤੇ ਜੀ ਰਿਹਾ? ਤੂੰ ਰੋਜ਼ ਇੰਨਾ ਕੁਛ ਖਾਣਾ, ਗੰਦ ਪਾ ਦੇਣਾ ਸਵੇਰ ਨੂੰ ਟੋਇਲਟ ਵਿੱਚ ਜਾ ਕੇ, ਸੋਹਣੀ ਸੋਹਣੀ ਚੀਜ਼ਾਂ ਖਾਂਦੇ, ਰਾਤ ਨੂੰ ਫਰੂਟਸ ਖਾਂਦੇ ਹੋ, ਸਵੇਰ ਨੂੰ ਥੁੱਕਾਂ ਪੈਂਦੀਆਂ ਉਹ ਚੀਜ਼ ਨੂੰ ਟੋਇਲਟ ਜਾ ਕੇ। ਬਾਣੀ ਵੀ ਕਹਿੰਦੀ ਹੈ ਥੁੱਕਾਂ ਪਈਆਂ ਤਿੱਤ। ਕੀ ਕੀਤਾ ਸੀ? ਗੰਦਗੀ ਦੇ ਪੁਤਲਿਆਂ ਨੇ, ਗੰਦਗੀ ਭਰੀ ਪਈ ਹੈ ਬਾਡੀ ਵਿੱਚ। ਸੋ ਜਦੋਂ ਇੱਦਾਂ ਅਸੀਂ ਇਹਨਾਂ ਚੀਜ਼ਾਂ ਨੂੰ ਕਰਾਂਗੇ ਫਿਰ ਹੋਰ ਤਰ੍ਹਾਂ ਹੋਊਗਾ। ਜਦੋਂ ਅਸੀਂ ਫੀਲਿੰਗ ਨਾਲ, ਡਿਵੋਸ਼ਨ ਨਾਲ ਸਿੱਖੀ ਨੂੰ ਕਮਾਵਾਂਗੇ, ਫਿਰ ਗੁਰੂ ਦੀ ਇੱਕ ਇੱਕ ਚੀਜ਼ ਬਹੁਤ ਕੀਮਤੀ ਲੱਗੂਗੀ। ਜਿਨ੍ਹਾਂ ਨੂੰ ਡਿਵੋਸ਼ਨ ਸੀ ਨਾ ਸਿੱਖੀ ਪਿੱਛੇ, ਬ੍ਰਿਟਾਨੀਆ ਵਿੱਚ, ਅਮਰੀਕਾ ਵਿੱਚ ਲੋਕਾਂ ਨੇ ਕੇਸ ਲੜੇ ਨੇ, ਸਾਰੀਆਂ ਉਮਰਾਂ ਲਾ ਦਿੱਤੀਆਂ ਵੀ ਅਸੀਂ ਕੜਾ ਪਾ ਕੇ ਰੱਖਣਾ, ਸਕੂਲ 'ਚ ਵੀ ਪਾ ਕੇ ਜਾਣਾ। ਪੱਗਾਂ ਵਾਲਿਆਂ ਨੇ ਕਿਹਾ ਵੀ ਪੱਗ ਬੰਨਣੀ ਹੈ ਅਸੀਂ ਨੇ, ਪੱਗ ਸਾਨੂੰ ਲਾਓ ਕਰੋ। ਲੜਾਈਆਂ ਕਰ ਕਰਕੇ ਸਿੱਖਾਂ ਨੇ ਆਪਣੀ ਪੱਗ ਦੀ ਆਜ਼ਾਦੀ ਲਈ ਹੈ, ਤੁਹਾਨੂੰ ਪਤਾ ਹੋਵੇ। ਅੱਜ ਫਰਾਂਸ ਵਿੱਚ ਲੜ ਰਹੇ ਨੇ ਸਿੱਖ, ਅਜੇ ਤੱਕ ਲੜੀ ਜਾਂਦੇ ਆ ਵੀ ਸਾਨੂੰ ਪੱਗ ਲਾਓ ਕਰੋ ਸਕੂਲਾਂ ਵਿੱਚ, ਕਿਉਂਕਿ ਇਹ ਸਾਡਾ ਕੋਈ ਸਾਡਾ ਡਿਵਾਈਨ ਇੱਕ ਇਹਦੇ ਨਾਲ ਨਾਤਾ ਹੈ, ਰਿਲੇਸ਼ਨ ਹੈ, ਅਸੀਂ ਛੱਡ ਨਹੀਂ ਸਕਦੇ। ਜੋ ਮਰਜ਼ੀ ਹੈ, ਚਾਹੇ ਮੈਂ ਆਮ ਵੈਰੀ ਸੌਰੀ, ਚਾਹੇ ਕੋਈ ਬੰਦਾ ਮੋਨਾ ਵੀ ਹੈ ਨਾ, ਉਹਦੇ ਅੰਦਰ ਵੀ ਇਹ ਫੀਲਿੰਗ ਜ਼ਰੂਰ ਹੈ। ਜਿਹੜਾ ਸਿੱਖੀ ਘਰ ਵਿੱਚ ਜੰਮਿਆ ਬੱਚਾ ਨਾ, ਕਿਤੇ ਨਾ ਕਿਤੇ ਉਹਦੇ ਅੰਦਰ ਇਹ ਗੱਲ ਪਈ ਹੈ ਕਿ ਆਈ ਐਮ ਰੋਂਗ, ਆਈ ਐਮ ਗਿਲਟੀ। ਜੇ ਮੈਂ ਦਾੜੀ ਕੱਟੀ ਹੈ, ਕੇਸ ਕੱਟੇ ਆ, ਉਹ ਕਿਤੇ ਨਾ ਕਿਤੇ ਜ਼ਰੂਰ ਉਹਦੇ ਅੰਦਰ ਇਹ ਫੀਲਿੰਗ ਹੈ ਔਰ ਹੋਣੀ ਚਾਹੀਦੀ ਹੈ। ਮੇਰੇ ਅੰਦਰ ਇਹ ਫੀਲਿੰਗ ਹੈ ਕਿ ਗੁਰੂ ਦੀ ਜਿਹੜੀ ਟੀਚਿੰਗ ਹੈ ਬੜੀ ਮਹਾਨ ਹੈ। ਮੈਂ ਗੁਰੂ ਦੇ ਨੇੜੇ ਨਹੀਂ ਜਾ ਸਕਿਆ ਹਜੇ, ਪਰਫੈਕਸ਼ਨ ਬੜੀ ਦੂਰ ਹੈ ਮੇਰੇ ਤੋਂ, ਮੈਨੂੰ ਪਤਾ। ਮੈਂ ਕੋਸ਼ਿਸ਼ ਕਰਦਾ ਕਿ ਪਰਫੈਕਸ਼ਨ ਦੇ ਨੇੜੇ ਜਾਈਏ। ਇਹ ਖਿੱਚ ਹੋਣੀ ਚਾਹੀਦੀ ਹੈ, ਤੜਪ ਹੋਣੀ ਚਾਹੀਦੀ ਹੈ। ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਇੰਨੇ ਵੱਡੇ ਬੰਦੇ ਨੇ, ਉਹ ਵੀ ਕਹਿੰਦੇ ਨੇ ਕਿ ਮੈਨੂੰ ਤੇ ਕੁਛ ਵੀ ਨਹੀਂ ਆਉਂਦਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ। ਗੁਰੂ ਆਪਣੇ ਆਪ ਨੂੰ ਕਹਿੰਦਾ ਮੈਂ ਵਰਚੂਲੈਸ ਹਾਂ, ਮੇਰੇ 'ਚ ਕੋਈ ਗੁਣ ਹੀ ਨਹੀਂ। ਤਾਂ ਸਾਨੂੰ ਕੀ ਪ੍ਰੋਬਲਮ ਹੈ ਜੇ ਅਸੀਂ ਆਪਣੀ ਗਲਤੀ ਨੂੰ, ਆਪਣੀ ਮਿਸਟੇਕ ਨੂੰ ਐਕਸੈਪਟ ਕਰੀਏ? ਨਹੀਂ ਕਰਦੇ।
ਚਲੋ ਕਿਸੇ ਸਾਹਮਣੇ ਨਹੀਂ, ਗੁਰੂ ਕੋਲ ਜਾ ਕੇ ਤਾਂ ਕਰੀਏ, ਮਹਾਰਾਜ ਮੈਂ, ਤੁਸੀਂ ਜਾਣਦੇ ਹੀ ਹੋ ਮੈਨੂੰ, ਮੈਂ ਕਿਹੋ ਜਿਹਾ ਹਾਂ, ਤੁਸੀਂ ਮਿਹਰ ਕਰੋ, ਬਖਸ਼ਿਸ਼ ਕਰੋ, ਹੈ ਨਾ। ਗੁਰੂ ਕੋਲੋਂ ਤਾਂ ਕੋਈ ਓਲਾ ਹੀ ਨਹੀਂ ਹੋ ਸਕਦਾ, ਹਾਈਡਿੰਗ ਹੀ ਨਹੀਂ ਹੋ ਸਕਦੀ, ਛੁਪਾ ਹੀ ਨਹੀਂ ਸਕਦੇ। ਐਨੀਵੇ, ਸੋ ਗੁਰੂ ਸਾਹਿਬ ਕਹਿ ਰਹੇ ਨੇ, ਜਿਸ ਮਨ ਬਸੈ ਸੁਨ ਲਾਇ ਪ੍ਰੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਜਨਮ ਮਰਨ ਦਾ ਪੇਨ ਆਫ ਬਰਥ ਐਂਡ ਡੈਥ, ਇਹ ਸਾਰੇ ਪੇਨ ਜਿਹੜੀਆਂ ਰਿਮੂਵ ਹੋ ਗਈਆਂ। ਐਂਡ ਇੰਸਟੈਂਟਲੀ ਰੀਮ ਵਨਸ ਪ੍ਰੈਸ਼ੀਅਸ ਬਾਡੀ ਹਿਊਮਨ ਲਾਈਫ। ਇਹ ਜਿਹੜੀ ਬਾਡੀ ਹੈ ਇਹ ਬੜੀ ਕੀਮਤੀ ਹੈ, ਬਹੁਤ ਵੈਲਿਊਬਲ ਹੈ। ਅਤੇ ਗੁਰੂ ਮਹਾਰਾਜ ਸਾਨੂੰ ਇਹਦੀ ਕੀਮਤ ਬੜੀ ਦੱਸਦੇ ਆ ਕਿ ਅਰਬਾਂ ਡਾਲਰਾਂ ਨਾਲ ਵੀ ਨਹੀਂ ਮਿਲਦੀ, ਜਦੋਂ ਇੱਕ ਵਾਰ ਚਲੀ ਜਾਂਦੀ ਹੈ ਫਿਰ ਪਤਾ ਲੱਗਦਾ ਵੀ ਕਿੰਨੀ ਕੀਮਤੀ ਹੈ। ਇਸ ਦੀ ਸਾਨੂੰ ਪੂਰੀ ਰਿਸਪੈਕਟ ਕਰਨੀ ਚਾਹੀਦੀ ਹੈ, ਬਾਡੀ ਦੀ, ਮਾਈਂਡ ਦੀ, ਗੰਦਿਆ ਨਹੀਂ ਕਰਨਾ ਚਾਹੀਦਾ। ਇਸ ਕਰਕੇ ਸਿੱਖ ਨੂੰ ਗੁਰੂ ਨੇ ਕਿਹਾ ਵੀ ਸ਼ਰਾਬ ਨਾ ਪੀਵੀਂ, ਸਿੱਖਾ ਸਿਗਰਟ ਸਮੋਕਿੰਗ ਨਾ ਕਰੀ। ਇਹ ਬਾਡੀ ਇਹ ਤੇਰੀ ਨਹੀਂ ਹੈ, ਇਹ ਰੱਬ ਦੀ ਹੈ। ਇਹ ਬਾਡੀ ਤਾਂ ਰੱਬ ਦਾ ਘਰ ਹੈ, ਇਹ ਤਾਂ ਡਿਵਾਈਨ ਟੈਂਪਲ ਹੈ, ਗੋਡ ਦਾ ਟੈਂਪਲ ਹੈ। ਗੁਰਦੁਆਰੇ ਜਾਣਾ ਹੈ, ਇੰਟੌਕਸੀਕੈਂਟਸ ਬਾਹਰ ਰੱਖ ਕੇ ਜਾਣਾ ਹੈ, ਪਰ ਇਸ ਨੂੰ ਵੀ ਸਮਝੇ ਬਾਡੀ ਵੀ ਰੱਬ ਦੀ ਹੈ। निर्मल शोभा अमृता की बानी, एक नाम मन महे समानी। One in whose mind the one name of God dwells, gain good reputation and one's speech becomes ambrosial polite। अमृत बाणी बन जाती है गुरमुख दी, जो बोलता है मिठाई बोलता है। दुख रोग बिन से बै भरम, all one sorrow sickness fears and doubts depart। दुख रोग सब भज गए हुण, साध नाम निर्मलता के कर्म। One is named virtuous and one's actions become pure। ਸਾਧੂ ਕੌਣ ਹੈ, ਸੰਤ ਕੌਣ ਹੈ? ਜਿਹਦੇ ਐਕਸ਼ਨ, ਜਿਹਦੇ ਡੀਡਸ ਪਿਓਰ ਹੋ ਗਏ, ਦੈਟ ਇਜ਼ ਕਾਲਡ ਸਾਧੂ। ਸਾਧੂ ਡਜ਼ ਨਾਟ ਮੀਨ ਕਿ ਚਿੱਟੇ ਕੱਪੜੇ ਪਾਇਆ, ਸੈਫਰਨ ਕਲਰ ਦੇ ਕੱਪੜੇ ਪਾਏ ਹੀ ਸਾਧੂ। ਸਾਧੂ ਦਾ ਮਤਲਬ ਹੈ ਤੁਸੀਂ ਸਾਧੂ ਹੋ, ਮਾਈਂਡ ਤੁਹਾਡਾ ਸਾਧੂ ਹੈ, ਸਾਧਨਾ ਕੀਤੀ ਹੈ, ਇੰਪਰੂਵ ਕਰ ਲਿਆ ਹੈ, ਸਵਾਰ ਲਿਆ ਹੈ, ਇਸ ਮਨ ਨੂੰ ਸੋਹਣਾ ਬਣਾ ਲਿਆ, ਬਿਊਟੀਫਾਈ ਕਰ ਲਿਆ, ਦੈਟ ਇਜ਼ ਸਾਧੂ। ਸਭ ਤੇ ਊਚਤਾ ਕੀ ਸ਼ੋਭਾ ਬਣੀ, ਹਿਸ ਗਲੋਰੀ ਬਿਕਮਸ ਦ ਹਾਈਐਸਟ ਆਫ ਆਲ। ਨਾਨਕ ਇਹ ਗੁਣ, due to this virtue God's name is called Sukhmani, the provider of peace to the mind। This is a lesson and I want to ਜਕਾਰਾ ਬੋਲਣਾ ਚਾਹੁੰਦਾ ਮੈਂ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।